हेलो गाइस वेलकम टू करियर एज राजी अज सैशन सैकेंड है अपना ਜਿਹੜਾ ਆਪਾਂ ਪੀਟੈਟ ਦਾ ਜਿਹੜਾ ਸੀਰੀਜ਼ ਸਟਾਰਟ ਕੀਤੀ ਹੈਗੀ ਹੈ ਠੀਕ ਹੈ ਉਸ ਦਾ ਸੈਕਿੰਡ ਪਾਰਟ ਹੈ ਇਹ ਐਮਸੀਕਿਊ ਸੋਲਵ ਕਰ ਰਹੇ ਆਪਾਂ ਜੋ ਪੀਟੈਟ ਦੇ ਐਗਜ਼ਾਮ ਦੇ ਵਿੱਚ ਪ੍ਰੀਵੀਅਸ ਈਅਰ ਕੁਐਸਚਨਸ ਆ ਚੁੱਕੇ ਨੇ ਆਲਰੇਡੀ ਠੀਕ ਹੈ ਉਹਨਾਂ ਨੂੰ ਹੀ ਕੁਐਸਚਨਸ ਨੂੰ ਆਪਾਂ ਥੋੜਾ ਜਿਹਾ ਰਿਫਾਈਨ ਕਰਕੇ ਥੋੜਾ ਜਿਹਾ ਹੋਰ ਇਲੈਬੋਰੇਟ ਕਰਕੇ ਸਮਝ ਰਹੇ ਇੱਥੇ ਜੋ ਕਿ ਨੈਕਸਟ ਐਗਜ਼ਾਮ ਦੇ ਵਿੱਚ ਐਕਸਪੈਕਟਡ ਨੇ ਕਿ ਆ ਸਕਦੇ ਨੇ ਰਿਪੀਟ ਹੋ ਸਕਦੇ ਨੇ ਠੀਕ ਹੈ ਤੇ ਇਹਦੇ ਨਾਲ ਹੋਰ ਵੀ ਆਪਾਂ ਐਡੀਸ਼ਨਲ ਚੀਜ਼ਾਂ ਜਿਹੜੀਆਂ ਕਵਰ ਕਰ ਰਹੇ ਹਾਂ ਤਾਂ ਸੈਕਿੰਡ ਸੈਸ਼ਨ ਹੈ ਬੱਚੇ ਐਮਸੀਕਿਊ ਸੀਰੀਜ਼ ਦਾ ਪੀਟੈਟ ਦੀ ਸਟਾਰਟ ਕਰਦੇ ਹਾਂ ਬੱਚੇ ਫਸਟ ਕੁਐਸਚਨ ਵਿਚ ਆਫ ਦ ਫੋਲੋਇੰਗ ਬੈਕਟੀਰੀਆ ਇਜ਼ ਫਾਊਂਡ ਇਨ ਗੰਗਾ ਵਾਟਰ ਗੰਗਾ ਨਦੀ ਦੇ ਵਿੱਚ ਇੱਕ ਬੈਕਟੀਰੀਆ ਰਾਜੇ ਆਪਾਂ ਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਕਿਹੜਾ ਬੈਕਟੀਰੀਆ ਕੋਲੀਫਾਰਮ ਸਟ੍ਰੈਪਟੋਕੋਕਸ ਸਟਾਈਫੋਲੋਕੋਕਸ ਤੇ ਡਾਈਪੋਲੋਕੋਕਸ ਤਾਂ ਰਾਜੇ ਇਹਦਾ ਆਨਸਰ ਆਣਾ ਹੈ ਕੋਲੀਫਾਰਮ ਬੈਕਟੀਰੀਆ ਜਿਹੜਾ ਆਪਾਂ ਨੂੰ ਗੰਗਾ ਨਦੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਮਿਲਦਾ ਰਾਜੀ ਐਕਚੁਅਲ ਦੇ ਵਿੱਚ ਨੈਚੁਰਲ ਨਹੀਂ ਮਿਲਦਾ ਹੈਗਾ ਐਕਚੁਅਲ ਦੇ ਵਿੱਚ ਇਹ ਕੋਲੀਫਾਰਮ ਬੈਕਟੀਰੀਆ ਇੱਕ ਫਿਕਲ ਬੈਕਟੀਰੀਆ ਰਾਜੀ ਹਿਊਮਨ ਫਿਕਸ ਦੇ ਵਿੱਚ ਮਿਲਦਾ ਹੈ ਇੰਟੈਸਟਾਈਨ ਦੇ ਵਿੱਚ ਮਿਲਦਾ ਆਪਣਾ ਠੀਕ ਹੈ ਇਹ ਬੈਕਟੀਰੀਆ ਤੇ ਗੰਗਾ ਨਦੀ ਦੇ ਵਿੱਚ ਕਿਵੇਂ ਆਇਆ ਇਹ ਐਕਚੁਅਲ ਦੇ ਵਿੱਚ ਇਹ ਆਇਆ ਬਿਕੋਜ਼ ਆਫ ਇਮਰਸ਼ਨ ਆਫ ਐਸ਼ਿਜ਼ ਜਿਹੜੇ ਅਸੀਂ ਅਸਥੀਆਂ ਬਹਾਨੇ ਬੱਚੀ ਗੰਗਾ ਦੇ ਵਿੱਚ ਠੀਕ ਹੈ ਉਹਦੇ ਨਾਲ ਜਿਹੜੇ ਕਿ ਅਨਬਰਨਡ ਬੋਡੀਜ਼ ਕਈ ਵਾਰੀ ਅਨਬਰਨਡ ਬੋਡੀਜ਼ ਵੀ ਜਿਹੜੀਆਂ ਹੈਗੀਆਂ ਨੇ ਅਨਬਰਨਡ ਮਤਲਬ ਪੂਰੀਆਂ ਜਲੀਆਂ ਨਹੀਂ ਹੋਈਆਂ ਬੋਡੀਜ਼ ਤੁਸੀਂ ਗੰਗਾ ਦੇ ਘਾਟ ਦੇ ਉੱਪਰ ਦੇਖਦੇ ਹੋ ਕਾਸ਼ੀ ਦੇ ਵਿੱਚ ਵਿਸ਼ਵਨਾਥ ਦੇ ਉੱਪਰ ਹੈ ਨਾ ਤਾਂ ਕਾਫੀ ਜਿਹੜੀਆਂ ਬੋਡੀਜ਼ ਵਗੈਰਾ ਅਨਬਰਨਡ ਵੀ ਜਿਹੜੀਆਂ ਕੀ ਨੇ ਉਹ ਗੰਗਾ ਦੇ ਵਿੱਚ ਬਹਾ ਦਿੱਤੇ ਜਾਂਦੇ ਨੇ ਜਿਹਦੇ ਕਰਕੇ ਜਿਹੜੇ ਇੰਟੈਸਟਾਈਨ ਦੇ ਵਿੱਚ ਆਪਣਾ ਬੈਕਟੀਰੀਆ ਹੁੰਦਾ ਫਿਕਲ ਕੋਲੀਫਾਰਮ ਬੈਕਟੀਰੀਆ ਨੂੰ ਕਹਿ ਦਿੰਦੇ ਆਪਾਂ ਉਹ ਫਿਰ ਗੰਗਾ ਨਦੀ ਦੇ ਵਿੱਚ ਵੀ ਐਡ ਹੋ ਜਾਂਦਾ ਇਸੇ ਕਰਕੇ ਕਾਫੀ ਮਾਤਰਾ ਦੇ ਵਿੱਚ ਗੰਗਾ ਨਦੀ ਦੇ ਵਿੱਚ ਹੁਣ ਇਹ ਕੋਲੀਫਾਰਮ ਬੈਕਟੀਰੀਆ ਸਾਨੂੰ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਹਾਰਮਫੁਲ ਨਹੀਂ ਹੈਗਾ ਇਹ ਥੋੜੀ ਬਹੁਤ ਕੁਆਂਟੀਟੀ ਦੇ ਵਿੱਚ ਹਿਊਮਨ ਨੂੰ ਹਾਰਮਫੁਲ ਨਹੀਂ ਹੁੰਦਾ ਬਟ ਸਟਿਲ ਇਹ ਨੈਚੁਰਲ ਨਹੀਂ ਹੁੰਦਾ ਬਟ ਬਿਕੋਜ਼ ਆਫ ਇਮਰਸ਼ਨ ਆਫ ਐਸ਼ਿਜ਼ ਦੇ ਗੰਗਾ ਨਦੀ ਦੇ ਵਿੱਚ ਸਾਨੂੰ ਕੋਲੀਫਾਰਮ ਬੈਕਟੀਰੀਆ ਮਿਲਦਾ ਠੀਕ ਹੈ ਬੱਚੇ ਇਹ ਰਾਜੇ ਪ੍ਰੀਵੀਅਸ ਈਅਰ ਕੁਐਸਚਨਸ ਨੇਗੇ ਜੋ ਆਲਰੇਡੀ ਪੀਟੈਟ ਦੇ ਵਿੱਚ ਪੁੱਛੇ ਜਾ ਚੁੱਕੇ ਨੇਗੇ ਠੀਕ ਹੈ ਚਲੋ ਵਿਚ ਆਫ ਦ ਫੋਲੋਇੰਗ ਡਜ਼ ਨਾਟ ਕੰਡਕਟ ਇਲੈਕਟ੍ਰਿਸਿਟੀ ਇਹਨਾਂ ਦੇ ਵਿੱਚੋਂ ਜਿਹੜੀ ਇਲੈਕਟ੍ਰਿਸਿਟੀ ਹੈ ਕਰੰਟ ਹੈ ਕਿਹੜਾ ਕੰਡਕਟਰ ਨਹੀਂ ਕਰਦਾ ਹੈਗਾ ਫਿਊਜ਼ਡ NaCl ਮਤਲਬ ਸੋਡੀਅਮ ਕਲੋਰਾਈਡ ਰਾਜੇ ਸੋਡੀਅਮ ਪਲੱਸ ਕਲੋਰਾਈਡ यानी कि कॉमन सॉल्ट अपना सॉलिड NaCl ब्राइन सोल्यूशन मतलब कि है राजे सोडियम इस NaCl का राजे सोल्यूशन एक तरह का भी पानी के विच पाया होया नमकीन पानी एक तरह का कह सकते हैं ब्राइन सोल्यूशन ठीक है कॉपर राजे मैटल आपको पता है तो कॉपर भी डेफिनेटली करे कोई प्रॉब्लम नहीं ये ईवन नमकीन पानी भी कंडक्ट करता इलैक्ट्रिसिटी ये भी सूँ पता राजे फ्रैश वाटर जो नहीं करता बट नमकीन पानी करता क्योंकि वो NaCl हो जाता है बेसिकली राजे Na+Cl ठीक है ਜਿਹੜੇ ਇਹ ਆਇਨਸ ਬਣਦੇ ਨੇ ਆਇਨਸ ਜਿਹੜੇ ਕੀ ਅੱਗੇ ਫਿਰ ਇਲੈਕਟ੍ਰਿਸਿਟੀ ਨੂੰ ਕੰਡਕਟ ਕਰਦੇ ਨੇ ਠੀਕ ਹੈ ਤਾਂ ਜਦੋਂ ਸੋਲੂਸ਼ਨ ਦੇ ਵਿੱਚ ਬਣ ਜਾਂਦੇ ਨੇ ਸੋਲੂਸ਼ਨ ਦੇ ਵਿੱਚ ਜਦੋਂ ਮਤਲਬ ਪਾਣੀ ਦੇ ਵਿੱਚ ਆਪਾਂ ਨਮਕ ਪਾ ਦਿੰਦੇ ਆ ਤਾਂ ਇਹਨਾਂ ਕੋਲੇ ਮੋਬਿਲਿਟੀ ਆ ਜਾਂਦੀ ਹੈ ਮਤਲਬ ਇਹ ਚੱਲ ਸਕਦੇ ਨੇਗੇ ਠੀਕ ਹੈ ਅਗਰ ਗੱਲ ਕਰਾਂ ਮੈਂ ਸੋਲਿਡ NaCl ਦੀ ਤਾਂ ਉਹਦੇ ਵਿੱਚ ਆਇਨਾਈਜੇਸ਼ਨ ਪੋਸੀਬਲ ਨਹੀਂ ਹੈਗੀ ਠੀਕ ਹੈ ਇੰਨੀ ਠੀਕ ਹੈ ਕਿਉਂਕਿ ਆਇਨਾਈਜੇਸ਼ਨ ਪੋਸੀਬਲ ਨਹੀਂ ਹੈਗੀ ਦੈਟ ਇਜ਼ ਵਾਈ ਇਲੈਕਟ੍ਰਿਸਿਟੀ ਵੀ ਕਨੈਕਟ ਨਹੀਂ ਹੋ ਸਕਦੀ ਠੀਕ ਹੈ ਤਾਂ ਆਪਣਾ ਆਨਸਰ ਆਏਗਾ ਜੀ ਸੋਲਿਡ NaCl ਸੋਲਿਡ ਕਾਮਨ ਸਾਲਟ ਦੇ ਵਿੱਚ ਇਲੈਕਟ੍ਰਿਸਿਟੀ ਕੰਡਕਟ ਨਹੀਂ ਹੋ ਸਕਦੀ ਅਗਰ ਤੁਸੀਂ ਉਸੇ ਸਾਲਟ ਨੂੰ ਪਾਣੀ ਦੇ ਵਿੱਚ ਪਾ ਦੋਗੇ ਫਿਰ ਇਹ ਪਾਣੀ ਦੇ ਵਿੱਚੋਂ ਇਲੈਕਟ੍ਰਿਸਿਟੀ ਕੰਡਕਟ ਡੈਫੀਨਿਟਲੀ ਹੋਏਗੀ ਠੀਕ ਹੈ ਜੀ ਆਨਸਰ ਆਪਣਾ ਸੋਲਿਡ NaCl ਆਏਗਾ ਕਿ ਇਹਦੇ ਵਿੱਚੋਂ ਇਲੈਕਟ੍ਰਿਸਿਟੀ ਕੰਡਕਟ ਨਹੀਂ ਹੁੰਦੀ ਹੈਗੀ ਠੀਕ ਹੈ ਚਲੋ ਥਰਡ ਕੁਐਸਚਨ ਪ੍ਰੈਜ਼ੈਂਸ ਆਫ ਸਟਾਰਚ ਕਾਹਦੇ ਵਿੱਚ ਹੁੰਦਾ ਜੀ ਜਿਵੇਂ ਪੋਟੈਟੋ ਦੇ ਵਿੱਚ ਆਪਣਾ ਸਟਾਰਚ ਹੁੰਦਾ ਜਿਵੇਂ ਠੀਕ ਹੈ ਇਹ ਜਿਹੜੀਆਂ ਮਤਲਬ ਹੈਵੀ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਸਟਾਰਚ ਹੁੰਦਾ ਹੈ ਦ ਪ੍ਰੈਜ਼ੈਂਸ ਆਫ ਸਟਾਰਚ ਇਨ ਰॉ ਫੂਡ ਕੈਨ ਬੀ ਟੈਸਟਡ ਵਿਦ ਕਈ ਵਾਰੀ ਆਪਾਂ ਨੂੰ ਰਾਜੇ ਜਿਹੜਾ ਕੀ ਪਤਾ ਕਰਨਾ ਹੁੰਦਾ ਵੀ ਕਿਹੜੇ ਫੂਡ ਦੇ ਵਿੱਚ ਕਿਹੜਾ ਇਨਗਰੀਡੀਐਂਟਸ ਕਿਹੜੇ ਜਿਹੜੇ ਕੀ ਹੈ ਵਿਟਾਮਿਨਸ ਜਾਂ ਮਿਨਰਲਸ ਹੈਗੇ ਨੇ ਠੀਕ ਹੈ ਤਾਂ ਉਹਨਾਂ ਨੂੰ ਪਤਾ ਕਰਨ ਵਾਸਤੇ ਡਿਫਰੈਂਟ ਟੈਸਟ ਆਪਾਂ ਜਿਹੜੇ ਕਿ ਲੈਬ ਦੇ ਵਿੱਚ ਕਰਦੇ ਹੁੰਦੇ ਆ ਤਾਂ ਸਟਾਰਚ ਨੂੰ ਪਤਾ ਕਰਨ ਵਾਸਤੇ ਵੀ ਇੱਕ ਟੈਸਟ ਹੈਗਾ ਕਿ ਕਿਸੇ ਫੂਡ ਦੇ ਵਿੱਚ ਸਟਾਰਚ ਹੈਗਾ ਕਿ ਨਹੀਂ ਹੈਗਾ ਉਹ ਦੱਸਣਾ ਵੀ ਕਿਹੜਾ ਟੈਸਟ ਹੈਗਾ ਠੀਕ ਹੈ ਤਾਂ ਕਿਹੜਾ ਇਨਗਰੀਡੀਐਂਟ ਯੂਜ਼ ਹੁੰਦਾ ਉਹਦੇ ਵਿੱਚ ਆਇਓਡੀਨ ਸੋਲੂਸ਼ਨ HCl ਸੋਲੂਸ਼ਨ ਮਤਲਬ ਜਿਹੜਾ ਆਪਣਾ ਰਾਜੇ ਹਾਈਡਰੋਕਲੋਰਿਕ ਐਸਿਡ ਹੁੰਦਾ ਠੀਕ ਹੈ ਸੋਡੀਅਮ ਹਾਈਡਰੋਕਸਾਈਡ ਸੋਲੂਸ਼ਨ ਤੇ ਜਾਂ ਫਿਰ ਆਲ ਆਫ ਥੀਸ ਤਾਂ ਰਾਜੇ ਇਹਦਾ ਆਨਸਰ ਹੈਗਾ ਜਿਹੜਾ ਕਿ ਬੜਾ ਹੀ ਕਾਮਨ ਮਤਲਬ ਐਗਜ਼ਾਮੀਨੇਸ਼ਨ ਦੇ ਵਿੱਚ ਪੁੱਛਿਆ ਜਾਂਦਾ ਹੈ ਠੀਕ ਹੈ NCERT ਦੇ ਵਿੱਚ ਬੜਾ ਹੀ ਰੈਗੂਲਰ ਕੁਐਸਚਨ ਹੈਗਾ ਇਹਦਾ ਆਨਸਰ ਹੈਗਾ A ਡਾਇਲਿਊਟ ਆਇਓਡੀਨ ਸੋਲੂਸ਼ਨ ਆਇਓਡੀਨ ਦਾ ਜੇ ਡਾਇਲਿਊਟਡ ਸੋਲੂਸ਼ਨ ਹੈ ਜਿਹੜਾ ਉਹਦੇ ਨਾਲ ਸਾਨੂੰ ਸਟਾਰਚ ਦੀ ਪ੍ਰੈਜ਼ੈਂਸ ਦਾ ਪਤਾ ਲੱਗ ਸਕਦਾ ਕਿਵੇਂ ਮੰਨ ਲਓ ਰਾਜੇ ਟੈਸਟ ਟਿਊਬ ਲਈ ਤੁਸੀਂ ਟੈਸਟ ਟਿਊਬ ਦੇ ਵਿੱਚ ਤੁਸੀਂ ਉਹ ਸੈਂਪਲ ਪਾਇਆ ਠੀਕ ਹੈ ਜਿਹੜਾ ਕਿ ਤੁਸੀਂ ਟੈਸਟ ਕਰਨਾ ਵੀ ਹਾਂਜੀ ਇਸ ਫੂਡ ਦੇ ਵਿੱਚ ਸਟਾਰਚ ਹੈਗਾ ਕਿ ਨਹੀਂ ਤੁਸੀਂ ਟੈਸਟ ਇਹ ਸੈਂਪਲ ਪਾਇਆ ਰਾਜੇ ਟੈਸਟ ਟਿਊਬ ਦੇ ਵਿੱਚ ਉੱਪਰੋਂ ਪਾਇਆ ਫਿਰ ਤੁਸੀਂ ਆਇਓਡੀਨ ਦਾ ਸੋਲੂਸ਼ਨ ਠੀਕ ਹੈ ਹੁਣ ਰਾਜੇ ਅਗਰ ਕੀ ਹੁੰਦਾ ਇਹਦੇ ਨਾਲ ਅਗਰ ਆਇਓਡੀਨ ਪਾਉਣ ਤੋਂ ਬਾਅਦ ਇਸ ਦਾ ਕਲਰ ਜਿਹੜਾ ਹੈ ਬਲੂ ਟਰਨ ਹੋ ਜਾਂਦਾ ਹੈ ਜਾਂ ਫਿਰ ਮੈਂ ਕਹਾਂ ਬਲੂ ਬਲੈਕ ਠੀਕ ਹੈ ਬਲੂ ਬਲੈਕ ਅਗਰ ਇਸ ਫੂਡ ਦਾ ਕਲਰ ਚੇਂਜ ਹੋ ਜਾਂਦਾ ਹੈ ਤਾਂ ਦੈਟ ਮੀਨਸ ਇਸ ਦੇ ਵਿੱਚ ਸਟਾਰਚ ਹੈਗਾ ਸਾਡੀ ਸਟਾਰਚ ਦੀ ਪ੍ਰੈਜ਼ੈਂਸ ਕਨਫਰਮ ਹੋ ਜਾਂਦੀ ਹੈ ਠੀਕ ਹੈ
ਤਾਂ ਆਇਓਡੀਨ ਸੋਲੂਸ਼ਨ ਦੇ ਨਾਲ ਅਸੀਂ ਪਤਾ ਕਰ ਸਕਦੇ ਹਾਂ ਕਿਸੇ ਫੂਡ ਦੇ ਵਿੱਚ ਸਟਾਰਚ ਹੈਗਾ ਜਾਂ ਨਹੀਂ ਹੈਗਾ, ਠੀਕ ਹੈ। ਇਹ ਚੀਜ਼ ਸਾਡੀ ਕਨਫਰਮ ਹੋ ਜਾਂਦੀ ਹੈ, ਠੀਕ ਹੈ ਜੀ। ਨੈਕਸਟ ਮੂਵ ਕਰਦੇ ਹਾਂ। ਤਾਂ ਬਿਲਕੁਲ ਇਸੇ ਤਰ੍ਹਾਂ ਰਾਜੀ ਕਈ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਜਿਹਦੇ ਨਾਲ ਕਿ ਅਸੀਂ ਡਿਫਰੈਂਟ ਜਿਹੜੇ ਵਿਟਾਮਿਨਸ ਤੇ ਮਿਨਰਲਸ ਨੇਗੇ ਉਹ ਅਸੀਂ ਜਿਹੜਾ ਕਿ ਪਤਾ ਕਰ ਸਕਦੇ ਹਾਂ ਕਿਸੇ ਫੂਡ ਦੇ ਵਿੱਚ ਹੈ ਕਿ ਨਹੀਂ ਹੈਗਾ, ਠੀਕ ਹੈ। ਤਾਂ ਆਇਓਡੀਨ ਸੋਲੂਸ਼ਨ ਦੇ ਨਾਲ ਅਸੀਂ ਸਟਾਰਚ ਪਤਾ ਕਰ ਸਕਦੇ ਹਾਂ ਕਿ ਹੈਗਾ ਕਿ ਨਹੀਂ ਹੈਗਾ, ਠੀਕ ਹੈ। ਇਹ ਚੀਜ਼ ਹੈ। ਚਲੋ ਨੈਕਸਟ ਕੁਐਸਚਨ, ਇਫ ਦ ਐਨਰਜੀ ਅਵੇਲੇਬਲ ਟੂ ਦ ਪਲਾਂਟਸ ਫਰੋਮ ਸਨ। ਰਾਜੀ ਐਕਚੁਅਲ ਦੇ ਵਿੱਚ ਇਹ ਕੁਐਸਚਨ ਆ ਰਿਹਾ 10% ਲਾਅ ਦੇ ਵਿੱਚੋਂ, ਠੀਕ ਹੈ। ਤਾਂ ਮੈਂ ਦੱਸ ਰਿਹਾ, ਜਿਵੇਂ ਰਾਜੇ ਸਨ ਦੀ ਐਨਰਜੀ ਪੈ ਰਹੀ ਹੈ ਕਿੱਥੇ, ਇਹ ਸਨ ਹੈ ਸਾਡਾ, ਸਨ ਦੀ ਐਨਰਜੀ ਮਿਲ ਰਹੀ ਹੈ ਪਲਾਂਟਸ ਨੂੰ, ਠੀਕ ਹੈ। ਪਲਾਂਟਸ ਗਰੋ ਕਰ ਰਹੇ ਨੇ, ਪਲਾਂਟਸ ਕੌਣ ਖਾ ਰਿਹਾ ਰਾਜੇ, ਡੀਅਰ ਖਾ ਰਿਹਾ, ਡੀਅਰ ਨੂੰ ਕੌਣ ਖਾ ਰਿਹਾ ਰਾਜੇ, ਲਾਇਨ ਖਾ ਰਿਹਾ ਹੈਗਾ, ਠੀਕ ਹੈ। ਤਾਂ ਕਹਿ ਰਿਹਾ ਵੀ ਜਿਹੜਾ ਐਨਰਜੀ ਟ੍ਰਾਂਸਫਰ ਹੋ ਰਿਹਾ ਫਰੋਮ ਸਨ ਟੂ ਪਲਾਂਟ ਟੂ ਡੀਅਰ ਟੂ ਲਾਇਨ, ਠੀਕ ਹੈ, ਕਿਵੇਂ ਹੋ ਰਿਹਾ। ਤਾਂ ਮੰਨ ਲਓ ਇੱਕ ਕੁਐਸਚਨ ਕਹਿ ਰਿਹਾ ਕਿ ਸਨ ਦੀ ਜਿਹੜੀ ਐਨਰਜੀ ਹੈ ਜਿਹੜੀ ਪਲਾਂਟ ਨੂੰ ਮਿਲ ਰਹੀ ਹੈ, ਪਲਾਂਟ ਨੂੰ ਮਿਲ ਰਹੀ ਹੈ ਰਾਜੇ 20,000 ਜੂਲਸ, ਠੀਕ ਹੈ। ਇਹ ਐਨਰਜੀ ਮਿਲ ਰਹੀ ਹੈ ਪਲਾਂਟ ਨੂੰ ਇਫ ਐਨਰਜੀ ਅਵੇਲੇਬਲ ਟੂ ਪਲਾਂਟ ਫਰੋਮ ਸਨ, ਯਾਨੀ ਕਿ ਸਨ ਤੋਂ 20,000 ਜੂਲ ਜਿਹੜੀ ਕੀ ਹੈ ਪਲਾਂਟ ਨੂੰ ਐਨਰਜੀ ਮਿਲ ਰਹੀ ਹੈ। ਵਟ ਵੁੱਡ ਬੀ ਦ ਐਨਰਜੀ ਅਵੇਲੇਬਲ ਟੂ ਦ ਲਾਈਨ, ਲਾਈਨ ਨੂੰ ਐਨਰਜੀ, ਹੁਣ ਮੰਨ ਲਓ ਪਲਾਂਟ ਨੂੰ ਡੀਅਰ ਨੇ ਖਾ ਲਿਆ, ਡੀਅਰ ਨੂੰ ਲਾਈਨ ਨੇ ਖਾ ਲਿਆ। ਹੁਣ ਕੁਐਸਚਨ ਪੁੱਛ ਰਿਹਾ ਹੈ ਕਿ ਅਗਰ ਪਲਾਂਟ ਕੋਲੇ 20,000 ਜੂਲ ਸੀ ਤਾਂ ਲਾਈਨ ਕੋਲੇ ਕਿੰਨੀ ਐਨਰਜੀ ਗਈ ਹੋਊਗੀ, ਠੀਕ ਹੈ। ਤਾਂ ਕੁਐਸਚਨ ਡਾਇਰੈਕਟਲੀ ਰਾਜੇ 10% ਲਾਅ ਤੋਂ ਆਉਂਦਾ ਹੈ। 10% ਲਾਅ ਕੀ ਕਹਿੰਦਾ ਰਾਜੇ ਕਿ ਹਰ ਇੱਕ ਟ੍ਰੋਫਿਕ ਲੈਵਲ ਤੋਂ, ਮਤਲਬ ਸਨ ਤੋਂ ਪਲਾਂਟ, ਪਲਾਂਟ ਤੋਂ ਡੀਅਰ, ਡੀਅਰ ਤੋਂ ਲਾਈਨ, ਹਰ ਇੱਕ ਟ੍ਰੋਫਿਕ ਲੈਵਲ 'ਤੇ ਜਿਹੜੀ ਐਨਰਜੀ ਹੈ ਉਹ 10% ਰਹਿ ਜਾਂਦੀ ਹੈ, ਠੀਕ ਹੈ। ਜੇ ਇੱਥੇ 20,000 ਜੂਲ ਸੀ ਤਾਂ ਇੱਥੇ ਸਿਰਫ 2,000 ਜੂਲ ਰਹਿ ਜੂਗੀ, ਠੀਕ ਹੈ। ਯਾਨੀ ਕਿ 1 0 ਘੱਟ ਜੇਗੀ। ਜੇ ਪਹਿਲਾਂ 20,000 ਸੀਗਾ, ਜੇ ਆਪਾਂ ਮੰਨ ਕੇ ਚੱਲੀਏ ਪਹਿਲਾਂ 20,000 ਸੀ, ਫਿਰ ਨੈਕਸਟ ਟ੍ਰੋਫਿਕ ਲੈਵਲ 'ਤੇ ਘੱਟ ਜੂਗਾ, 2,000 ਰਹਿ ਜੂਗਾ। ਜਦੋਂ ਲਾਈਨ ਤੱਕ ਪਹੁੰਚੂਗਾ ਜੇ 1 0 ਹੋਰ ਘੱਟ ਜੇਗੀ, ਯਾਨੀ ਕਿ ਸਿਰਫ 200 ਜੂਲਸ ਰਹਿ ਜਾਏਗਾ, ਠੀਕ ਹੈ। ਤਾਂ ਆਪਣਾ ਆਂਸਰ ਡੈਫੀਨਿਟਲੀ 200 ਜੂਲਸ ਆਏਗਾ ਰਾਜੇ, ਕਿ ਲਾਈਨ ਤੱਕ, ਜਦੋਂ ਲਾਈਨ ਤੱਕ ਐਨਰਜੀ ਪਹੁੰਚੂਗੀ ਸਿਰਫ 200 ਜੂਲਸ ਹੀ ਪਹੁੰਚੇਗੀ, ਠੀਕ ਹੈ। ਇਹ ਅਕੋਰਡਿੰਗ ਟੂ 10% ਲਾਅ ਹੈਗਾ ਸਾਡਾ, ਠੀਕ ਹੈ। ਦੇਖ ਲੈਣਾ ਥੋੜ੍ਹਾ ਹੋਰ ਆਪਾਂ। ਤਾਂ ਸਿੰਪਲ ਰਾਜੇ ਇਹੀ ਚੀਜ਼ ਹੈਗੀ ਹੈ ਕਿ ਪਹਿਲਾਂ ਪ੍ਰਾਇਮਰੀ ਪ੍ਰੋਡਿਊਸਰ ਜਿਹੜਾ ਕੀ ਹੈ ਉਹਨੂੰ ਮੰਨ ਲਓ 10,000 ਜੂਲ ਮਿਲ ਰਹੀ ਹੈ ਸਨ ਤੋਂ, ਠੀਕ ਹੈ। ਤਾਂ ਆਪਣਾ ਪ੍ਰਾਇਮਰੀ ਕੰਜ਼ਿਊਮਰ ਕਿਹੜਾ ਹੋਏਗਾ ਰਾਜੇ, ਇਹ ਤਾਂ ਹੋਇਆ ਪਲਾਂਟ, ਪ੍ਰਾਇਮਰੀ ਪ੍ਰੋਡਿਊਸਰ ਹੋਇਆ ਜਿਹੜਾ। ਪ੍ਰਾਇਮਰੀ ਕੰਜ਼ਿਊਮਰ ਕਿਹੜਾ ਹੋਇਆ, ਡੀਅਰ ਹੋਇਆ ਆਪਣਾ। ਸੈਕੰਡਰੀ ਕੰਜ਼ਿਊਮਰ ਕਿਹੜਾ ਹੋਇਆ ਰਾਜੇ, ਲਾਇਨ ਹੋਇਆ ਆਪਣਾ, ਠੀਕ ਹੈ। ਤਾਂ ਇੱਥੇ ਲਾਈਨ ਬਾਰੇ ਪੁੱਛਿਆ ਜਾ ਰਿਹਾ ਸੀ ਕਿੰਨੀ ਐਨਰਜੀ ਮਿਲ ਰਹੀ ਹੈ। ਤਾਂ ਅਕੋਰਡਿੰਗ ਟੂ 10% ਲਾਅ 10,000 ਦਾ ਰਾਜੇ 1000 ਬਣ ਗਿਆ, 1000 ਦਾ ਫਿਰ 100 ਬਣ ਗਿਆ, ਠੀਕ ਹੈ। ਤਾਂ ਉਸੇ ਤਰ੍ਹਾਂ ਆਪਣਾ ਆਂਸਰ ਇੱਥੇ ਵੀ 200 ਜੂਲਸ ਹੀ ਆਉਣਾ ਸੀਗਾ, ਠੀਕ ਹੈ ਜੀ। ਜਿਹੜਾ ਰਾਜੇ ਇਹ 10% ਲਾਅ ਹੈ ਕਿਹਨੇ ਦਿੱਤਾ ਸੀਗਾ, ਇਹ ਰੇਮੰਡ ਲਾਈਨਮੈਨ ਨੇ ਦਿੱਤਾ ਸੀਗਾ, ਠੀਕ ਹੈ। ਇਹ ਵੀ ਨਾਮ ਇੰਪੋਰਟੈਂਟ ਹੈ, ਇਹ ਵੀ ਕਈ ਵਾਰੀ ਕੁਐਸਚਨ ਆ ਜਾਂਦਾ ਹੁੰਦਾ ਕਿ ਜਿਹੜਾ 10% ਲਾਅ ਹੈਗਾ ਕਿ ਜਿਹੜੀ ਐਨਰਜੀ ਹੈ ਨੈਕਸਟ ਟ੍ਰੋਫਿਕ ਲੈਵਲ 'ਤੇ ਸਿਰਫ 10% ਹੀ ਪਹੁੰਚ ਪਾਉਂਦੀ ਹੈਗੀ ਹੈ, ਉਹ ਕਿਸ ਨੇ ਦਿੱਤਾ ਸੀ ਇਹ ਲਾਅ। ਤਾਂ ਰੇਮੰਡ ਲਾਈਨਮੈਨ ਨੇ ਇਹ ਲਾਅ ਜਿਹੜਾ 10% ਲਾਅ ਦਿੱਤਾ ਸੀਗਾ ਜੀ, ਠੀਕ ਹੈ। ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਮੂਵ ਔਨ ਕਰਦੇ ਹਾਂ। ਵੇਅਰ ਰਾਈਸ ਵਾਜ਼ ਫਸਟ ਡੋਮੈਸਟੀਕੇਟਡ। ਡੋਮੈਸਟੀਕੇਟਡ ਦਾ ਮਤਲਬ ਹੈ ਰਾਜੇ ਕਿ ਜਦੋਂ ਅਸੀਂ ਖੁਦ ਉਗਾਉਣ ਲੱਗੇ, ਠੀਕ ਹੈ। ਹੋ ਸਕਦਾ ਹੈ ਰਾਈਸ ਪਹਿਲਾਂ ਵਾਈਲਡ ਦੇ ਵਿੱਚ ਆਪਣੇ ਆਪ ਉਗਦਾ ਹੋਵੇ ਕਿਤੇ ਮਾੜਾ ਮੋਟਾ, ਠੀਕ ਹੈ। ਸੌਰੀ। ਤਾਂ ਜਦੋਂ ਕਹਿੰਦਾ ਵੀ ਰਾਈਸ ਨੂੰ ਅਸੀਂ ਖੁਦ ਉਗਾਉਣ ਲੱਗੇ ਕਮਰਸ਼ੀਅਲੀ ਜਾਂ ਫਿਰ ਡੋਮੈਸਟਿਕਲੀ, ਅਸੀਂ ਖੁਦ ਆਪਣੇ ਨੀਡ ਦੇ ਲਈ ਜਦੋਂ ਕਲਟੀਵੇਟ ਕਰਨ ਲੱਗੇ, ਕਿਹੜੇ ਇਲਾਕੇ ਦੇ ਵਿੱਚ, ਕਿਹੜੇ ਰੀਜਨ ਦੇ ਵਿੱਚ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਈਸ ਨੂੰ ਪਹਿਲੀ ਵਾਰੀ ਡੋਮੈਸਟੀਕੇਟ ਕੀਤਾ ਗਿਆ। ਜਿਵੇਂ ਰਾਜੇ ਅਸੀਂ ਆਪਣੇ ਜਿਹੜੇ ਪੈਟਸ ਨੇਗੇ, ਠੀਕ ਹੈ, ਜਾਂ ਡੋਗ ਹੈ, ਕੈਟ ਹੈ, ਉਹਨੂੰ ਆਪਾਂ ਪੈਟ ਬਣਾ ਲੈਂਦੇ ਹਾਂ, ਤਾਂ ਉਹਨੂੰ ਡੋਮੈਸਟੀਕੇਟ ਕਰਕੇ ਰੱਖ ਲੈਣੇ ਆਪਾਂ। ਉਸੇ ਤਰ੍ਹਾਂ ਰਾਈਸ ਨੂੰ ਅਸੀਂ ਜਦੋਂ ਕੀ ਹੈ ਮਤਲਬ ਖੁਦ ਜਿਹੜਾ ਕਲਟੀਵੇਟ ਕੀਤਾ, ਉਦੋਂ ਕਿਵੇਂ, ਉਹ ਕਦੋਂ ਹੋਇਆ ਰਾਜੇ, ਕਿੱਥੇ ਹੋਇਆ ਮਤਲਬ ਬੇਸਿਕਲੀ। ਤਾਂ ਇਹਦਾ ਕਾਮਨ ਆਂਸਰ ਰਾਜੇ ਸਾਊਥ ਏਸ਼ੀਆ ਆਏਗਾ, ਠੀਕ ਹੈ। ਹੁਣ ਸਾਊਥ ਏਸ਼ੀਆ ਦੇ ਵਿੱਚ ਕਈ ਡਾਊਟਸ ਨੇਗੇ ਵੀ ਚਾਈਨਾ ਹੈਗਾ ਜਾਂ ਸਾਊਥ ਈਸਟ ਏਸ਼ੀਆ ਹੈਗਾ, ਠੀਕ ਹੈ। ਉਹਦੇ ਵੀ ਕਈ ਆਪਣੇ ਕੋਲ ਡਾਊਟਸ ਹੈਗੇ ਨੇ, ਬਟ ਇਹ ਚੀਜ਼ ਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਕਿ ਹਾਂਜੀ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਕਿ ਰਾਈਸ ਸਭ ਤੋਂ ਪਹਿਲਾਂ ਡੋਮੈਸਟੀਕੇਟ ਕੀਤਾ ਗਿਆ ਸੀ, ਠੀਕ ਹੈ। ਠੀਕ ਹੈ ਜੀ। ਤਾਂ ਆਂਸਰ ਆਪਣਾ ਸਾਊਥ ਏਸ਼ੀਆ ਹੀ ਆਏਗਾ, ਠੀਕ ਹੈ, ਜਿਹਦੇ ਵਿੱਚ ਇੰਡੀਆ ਵੀ ਆ ਸਕਦਾ ਹੈ, ਚਾਈਨਾ ਵੀ ਆ ਸਕਦਾ, ਸਾਰੇ ਸਾਊਥ ਈਸਟ ਏਸ਼ੀਆ, ਸਾਊਥ ਏਸ਼ੀਅਨ ਕੰਟਰੀਜ਼ ਆ ਗਏ ਆਪਣੇ, ਠੀਕ ਹੈ। ਚਾਈਨਾ, ਇੰਡੀਆ, ਸ਼੍ਰੀਲੰਕਾ, ਬੰਗਲਾਦੇਸ਼, ਇਹ ਸਾਰੇ ਸਾਊਥ ਏਸ਼ੀਅਨ ਕੰਟਰੀਜ਼ ਆ ਗਏ ਆਪਣੇ, ਠੀਕ ਹੈ। ਈਵਨ ਆਪਣੀ ਜਿਹੜੀ ਆਰਗੇਨਾਈਜੇਸ਼ਨ ਹੈ ਰਾਜੇ ਸਾਰਕ, ਉਹ ਵੀ ਸਾਊਥ ਏਸ਼ੀਅਨ ਕੰਟਰੀਜ਼ ਹੀ ਹੈਗੀ। ਓਬਵੀਅਸਲੀ ਚਾਈਨਾ ਉਹਦਾ ਪਾਰਟ ਨਹੀਂ ਹੈਗਾ, ਬਟ ਸਟਿਲ ਉਹ ਇਸੇ ਰੀਜਨ ਦੀ ਆਰਗੇਨਾਈਜੇਸ਼ਨ ਹੈ ਸਾਰਕ, ਠੀਕ ਹੈ ਜੀ। ਆਪਾਂ ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚ ਪੜ੍ਹਦੇ ਹੁੰਦੇ ਆ ਇਹ। ਤਾਂ ਬਿਲਕੁਲ ਆਪਣਾ ਆਂਸਰ ਸਾਊਥ ਏਸ਼ੀਆ ਆਏਗਾ। ਨੈਕਸਟ ਕੁਐਸਚਨ ਇਨਵਾਇਰਮੈਂਟਲ ਸਟੱਡੀਜ਼ ਦੇ ਵਿੱਚੋਂ, ਫਰੋਮ ਦ ਮਾਨਸਰੋਵਰ ਲੇਕ। ਮਾਨਸਰੋਵਰ ਲੇਕ ਤੁਹਾਨੂੰ ਪਤਾ ਰਾਜੇ ਕੈਲਾਸ਼ ਰੇਂਜ ਦੇ ਨੇੜੇ ਹੈਗੀ ਆਪਣੀ ਤਿੱਬਤ ਦੇ ਵਿੱਚ। ਫਰੋਮ ਦ ਮਾਨਸਰੋਵਰ ਲੇਕ ਰੀਜਨ ਕਮ ਦ ਫੋਲੋਇੰਗ ਰਿਵਰਸ ਆਫ ਇੰਡੀਆ। ਮਾਨਸਰੋਵਰ ਲੇਕ ਦੇ ਨੇੜੇ ਤੇੜੇ ਜਾਂ ਫਿਰ ਨੇੜੇ ਤੇੜੇ ਮਤਲਬ ਰਾਜੇ ਰੀਜਨ ਦਾ ਮਤਲਬ ਕੀ ਹੈਗਾ ਵੀ ਜਾਂ ਤਾਂ ਮਾਨਸਰੋਵਰ ਲੇਕ ਦੇ ਵਿੱਚੋਂ ਹੀ ਜਾਂ ਉਹਦੇ ਨੇੜੇ ਤੇੜੇ ਕਿਤੇ ਹੋਰ ਕਿਸੇ ਲੇਕ ਦੇ ਵਿੱਚੋਂ ਕਿਹੜੀਆਂ ਰਿਵਰਸ ਨਿਕਲਦੀਆਂ ਨੇਗੀਆਂ, ਠੀਕ ਹੈ। ਤਾਂ ਬ੍ਰਹਮਪੁੱਤਰ, ਸਤਲੁਜ ਬਿਲਕੁਲ ਹੈਗੀਆਂ ਨੇ। ਯਮੁਨਾ ਨਹੀਂ, ਯਮੁਨਾ ਕਿੱਥੋਂ ਨਿਕਲਦੇ ਰਾਜੇ, ਬੰਦਰਪੁੱਛ ਪੀਕ ਤੋਂ। ਬੰਦਰਪੁੱਛ ਪੀਕ,
ठीक है, इंडिया ਦੇ ਵਿੱਚ ਹੀ ਹੈ ਇਹ मतलब मानसरोवर नहीं हैगी। मानसरोवर कितने है? तिब्बत ਦੇ ਵਿੱਚ है। ठीक है, तो अपना पहला आंसर ये तो नहीं आएगा। ब्रह्मपुत्र, इंडस, सतलुज, ठीक है, देख लेने। इंडस, झेलम, सतलुज। झेलम नहीं आ सकता राजे, झेलम अपना इंडिया ਦੇ ਵਿੱਚੋਂ ਹੀ ਨਿਕਲਦਾ ਵੈਰੀਨਾਗ ਤੋਂ। ਵੈਰੀਨਾਗ ਜਿਹੜਾ ਵਾਟਰਫਾਲ ਹੈ, ठीक है, ਆਪਾਂ ਪੋਇਮ ਵੀ ਆਉਂਦੀ ਹੁੰਦੀ ਆਪਣੀ ਭਾਈ ਵੀਰ ਸਿੰਘ ਦੀ, ਵੈਰੀਨਾਗ ਤੇਰਾ ਪਹਿਲਾ ਝਲਕਾ, ਹੈ ਨਾ, ਤਾਂ ਉਹ झेलम ਜੀ ਵੈਰੀਨਾਗ ਤੋਂ ਨਿਕਲਦੀ ਹੈ, ਤੇ ਇਹ ਵੀ ਨਹੀਂ ਆਂਸਰ ਆਏਗਾ। झेलम अगेन झेलम भी नहीं आ सकता। तो अपना आंसर बिल्कुल ब्रह्मपुत्र, इंडस ते सतलुज। ठीक है, ये तीन रिवर्स ने जिहड़ियां कि मानसरोवर लेक रीजन तो ओरिजिनेट करदियां नेगियां। ठीक है, देख लैंदे आपां। तो राजे ये वाला हैगा माउंट कैलाश, कैलाश पर्वत हैगा, ये नेड़े ही जिहड़ी की है मानसरोवर लेक हैगी। ठीक है, तो मानसरोवर लेक तो आप कह सकते हैं एक तो देखो यारलंग सांगपो यानी कि अपनी ब्रह्मपुत्र। ठीक है, तो उधर ईस्ट वाल राजे इंडस निकलती ओबवियसली, तो सतलुज भी निकलती हैगी। ठीक है, ये चीज़ हैगी बिल्कुल। हाँ, तो कई रिवर्स ने जी मानसरोवर लेक नहीं बल्कि राकस लेक तो निकली हैगी। ठीक है, राकस लेक जी मैं गल करा, बल्कि सतलुज जी है राकस लेक तो निकलती है अकॉर्डिंग टू NCERT, बट नेड़े तेड़े ये मानसरोवर लेक के नेड़े ही है। ठीक है, तो कोई फर्क नहीं है, बट हाँ मानसरोवर लेक नहीं बल्कि आप राकस लेक आंसर कवांगे जोड़ा सतलुज का। हाँ, रीजन यही वाला है। ठीक है, तो यही अपना आंसर आएगा जी इंडस, सतलुज ते ब्रह्मपुत्र। ठीक है जी, ਜਿਹੜੀ ਰਾਜੇ ਗੰਗਾ ਵਗੈਰਾ ਹੈਗੀ ਹੈ ਇਹ ਸਾਰੀਆਂ ਆਪਣੇ ਇੰਡੀਆ ਦੇ ਵਿੱਚੋਂ ਨਿਕਲਦੇ ਨੇ। ਗੰਗੋਤਰੀ ਗਲੇਸ਼ੀਅਰ ਆਪਾਂ ਨੂੰ ਪਤਾ। ਠੀਕ ਹੈ, ਜਾਂ ਯਮੁਨਾ ਕਿੱਥੋਂ ਨਿਕਲਦੀ ਹੈ? ਯਮਨੋਤਰੀ ਗਲੇਸ਼ੀਅਰ ਯਾਨੀ ਕਿ ਬੰਦਰਪੁਰ ਪੀਕ ਤੋਂ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ। ਅਗੇਨ ਰਾਜੇ ਜੋਗਰਾਫੀ ਦਾ ਕੁਐਸਚਨ ਹੈ, ਦ ਆਰਡਰ ਆਫ ਲੇਅਰਸ ਇਨ ਐਟਮੋਸਫੀਅਰ। ਤੁਹਾਨੂੰ ਪਤਾ ਰਾਜੇ ਸਾਡਾ ਜਿਹੜਾ ਵਾਯੂਮੰਡਲ ਹੈ, ਐਟਮੋਸਫੀਅਰ ਹੈ, ਇਹ ਕੁਛ ਲੇਅਰਸ ਦੇ ਵਿੱਚ ਡਿਵਾਈਡਡ ਹੈਗਾ। ਠੀਕ ਹੈ, ਤਾਂ ਉਹਦੀ ਹੀ ਹਾਇਰਾਰਕੀ ਪੁੱਛ ਰਿਹਾ ਵੀ ਅਪਵਰਡਸ ਫਰੋਮ ਬਿਲੋ, ਨੀਚੋਂ ਤੋਂ ਉੱਪਰ ਤੱਕ ਕਿਹੜੇ ਕਿਹੜੇ ਨੇ, ਕੀ ਸੀਕੁਐਂਸ ਬਣਦੀ ਹੈ। तो सब तो नीचे राजे केड़ा आऊगा आपको पता है? ट्रोपोस्फीयर आऊगा। तो ये तो नहीं हो सकता, ये भी आंसर नहीं हो सकता, ये भी नहीं हो सकता। ठीक है, तो सी ते डी दे कोई आऊगा। सब तो पहले ट्रोपोस्फीयर सानू पता है, उस तो बाद राजे स्ट्रेटोस्फीयर है, तो अपना आंसर अपना इत्थे बन गया, सी आंसर आएगा। ठीक है, अगे देख लेने आप बिल्कुल अगे आइनोस्फीयर या फिर एक्सोस्फीयर। बिल्कुल ठीक है जी। ईवन राजे ये भी एक होर लेयर हैगी, वो साडी हैगी है मीजोस्फीयर। मीजोस्फीयर, मीजो का मतलब है राजे सेंटर विच। ठीक है, तो ये देखो सेंटर दे विच ही आ रही है, तो इस करके इहनूं मीजोस्फीयर भी कह दिंदे आ। ट्रोपोस्फीयर, स्ट्रेटोस्फीयर, मीजोस्फीयर, आइनोस्फीयर ते एक्सोस्फीयर। ईवन ये एक थर्मोस्फीयर भी कह सकते हैं आप। ठीक है, वो ये ही पार्ट होंगे थोड़ा जा। चलो, तो इन्होंने लेयर्स बारे थोड़ा डिटेल के देख लेना बच्चे आप होर कि किहड़ी लेयर के किहड़ा फिनोमेना सानूं देखने को मिलता है। तो देख लेना बच्चे, सब तो पहली जी लेयर हैगी है वो ट्रोपोस्फीयर की हैगी है। ठीक है जी, तो सारा जो सारा वैदर फिनोमेना है, ठीक है, बारिश होंदी है, हवावां चलदियां ने, ईवन साडे रीजन तो लैके जो साडे आले दुआले वो भी की है राजे ट्रोपोस्फीयर ही एक तरह का। ठीक है, तो सारा रीजन जो है ट्रोपोस्फीयर ही है, जिस सारी साडा वायु परिवर्तन होंदा है। ठीक है, जलवायु परिवर्तन होंदा है। ठीक है जी, चलो, तो नैक्सट लेयर हैगी राजे साडी स्ट्रेटोस्फीयर। ये राजे बहुत इंपॉर्टेंट लेयर इस करके है, एक तो देखो ये जोड़े साडे कमर्शियल प्लेन्स ने वो लोअर स्ट्रेटोस्फीयर के फ्लाई करते हैं। ठीक है, देखो ये जो पार्ट है इन्होंने आप कहने ट्रोपोपोज। ट्रोपोपोज, पॉज होना मतलब उत्थे पॉज मतलब प्ले नहीं होना, सिंपल जी गल है। ठीक है, बंद हो जाना, तो मतलब ट्रोपोस्फीयर जिते खत्म हो गई उन्होंने आप ट्रोपोपोज कह दें। ये ट्रोपोस्फीयर इतने चल रही है, जिते खत्म हो गई उत्थे ट्रोपोपोज। इदू बाद जो स्टार्ट होंगी है स्ट्रेटोस्फीयर। तो जो ही ट्रोपोपोज खत्म होगी उत्थे जो लोअर स्ट्रेटोस्फीयर वाला रीजन है उत्थे अपना एयरक्राफ्ट फ्लाई करते हैं। ठीक है जी, उस तो बाद जो इंपॉर्टेंट चीज़ जी स्ट्रेटोस्फीयर के हैगी है वो हैगी है ओजोन लेयर। ये भी साडी स्ट्रेटोस्फीयर के लाई करती है ओजोन लेयर। ठीक है, ਜਿਹੜੇ ਸਾਡੇ की सन तो आ रही हैं UV रेस ਨੂੰ कंट्रोल करती है ओजोन O3। ठीक है, बिल्कुल ये भी इंपॉर्टेंट है जी। मीजोस्फीयर ਦੇ ਵਿੱਚ ਵਜੇ ਆਪਾਂ ਕੀ ਦੇਖਿਆ ਕਿ ਮੀਟੀਓਰਸ ਜਿਹੜੇ ਬਰਨ ਹੁੰਦੇ ਨੇ ਉਹ ਮੀਜ਼ੋਸਫੀਅਰ ਦੇ ਵਿੱਚ ਬਰਨ ਹੋ ਜਾਂਦੇ ਨੇ। ਠੀਕ ਹੈ, ਥਰਮੋਸਫੀਅਰ ਦੇ ਵਿੱਚ ਸਾਡੀ ਸੈਟੇਲਾਈਟਸ ਫਲਾਈ ਕਰਦੀਆਂ ਨੇ। ਈਵਨ ਜਿਹੜਾ ਅਰੋਰਾ ਵਾਲਾ ਜਿਹੜਾ ਫਨੋਮਨਾ ਹੈਗਾ, ਲਾਈਟਸ ਦੇਖਣ ਨੂੰ ਮਿਲਦੀਆਂ ਨੇ, ਉਹ ਵੀ ਸਾਨੂੰ ਥਰਮੋਸਫੀਅਰ ਵਾਲੇ ਰੀਜਨ ਦੇ ਵਿੱਚ ਹੀ ਮਿਲਦੀਆਂ ਨੇ। ਐਗਜ਼ੋਸਫੀਅਰ ਦੇ ਵਿੱਚ ਰਾਜੇ ਹੋਰ ਸਪੇਸ ਸਟੇਸ਼ਨ ਵਗੈਰਾ ਜਿਹੜਾ ਆਪਾਂ ਜਾਂ अंतरिक्ष के आप जी चीज़ स्पेसशिप वगैरह भेजते हैं वो अपना एग्जोस्फीयर ओबवियसली मतलब बिल्कुल ही एक्सटर्नल एटमोसफेयर हो जाता है। बिल्कुल ही गैसिज जिहड़ियां ने रेयरीफाइड हो जाती ने, ना बराबर गैसिज ने, ना बराबर हवा ये। ठीक है, ऑलमोस्ट वैक्यूम एक तरह का। तो जिन्ना अगे आप जाई जावांगे एग्जोस्फीयर ही है सारा वो। ठीक है जी, चलो, मॉडर्न हिस्टरी विचों यानी कि सोशल साइंसिस के क्वेश्चन आ गया राजे अपना हुण सोशल स्टडीज़ सोशल साइंसिस तुसीं जो भी कह सकते हो। ठीक है, तो धर्म सभा वॉज फाउंडेड इन कलकत्ता इन ओपोजिशन टू ब्रह्म समाज। हू वॉज फाउंडर इट्स फाउंडर। तो राजे धर्म सभा का फाउंडर पूछ रहे क्वेश्चन के। तो पहले तो आप ब्रह्म समाज बारे देख लेने। ब्रह्म समाज राजे आपको पता है किने फाउंड किया सीगा, आपनों राजा राम मोहन राय साहब ने, राजा राम मोहन राय।
ठीक है 1828 ਦੇ ਵਿੱਚ ਬੇਸਿਕਲੀ, ठीक है जी 1828 ਦੇ ਵਿੱਚ ਬ੍ਰਹਮੋ ਸਮਾਜ ਫਾਈਂਡ ਕੀਤਾ ਸੀਗਾ, ਬ੍ਰਹਮੋ ਸਭਾ ਨਾਮ ਸੀਗਾ, ठीक है जी। ਤੇ ਇਹ ਰਾਜੇ ਕੀ ਸੀਗਾ, ਇਹ ਜਿਹੜਾ ਸਮਾਜ ਸੀ ਬ੍ਰਹਮੋ ਸਮਾਜ ਸੀ ਬੇਸਿਕਲੀ ਜਿਹੜੇ ਸਾਡੇ ਹਿੰਦੂ ਧਰਮ ਦੇ ਵਿੱਚ ਮੈਂ ਜ਼ਿਆਦਾਤਰ ਕਹਾਂਗਾ ਜਿਹੜੇ ਸੋਸ਼ਲ ਈਵਲਸ ਸੀਗੇ, ਠੀਕ ਹੈ ਸਮਾਜਿਕ ਕੁਰੀਤੀਆਂ ਸੀਗੀਆਂ ਉਹਨਾਂ ਨੂੰ ਰਾਜੇ ਕੀ ਕਰ ਰਿਹਾ ਸੀ, ਟਾਰਗੇਟ ਕਰ ਰਿਹਾ ਸੀਗਾ, ਠੀਕ ਹੈ। ਜਿਵੇਂ ਆਪਾਂ ਸਤੀ ਪ੍ਰਥਾ ਦੀ ਗੱਲ ਕਰਦੇ ਹਾਂ ਕਿ 1 ਸਾਲ ਬਾਅਦ ਹੀ 1829 ਦੇ ਵਿੱਚ ਸਤੀ ਬੈਨ ਕਰ ਦਿੱਤੀ ਗਈ ਸੀ ਸਰਕਾਰ ਦੁਆਰਾ, ਠੀਕ ਹੈ। ਉਹਦੇ ਵੀ ਐਫਰਟਸ ਉਹਦੇ ਵਿੱਚ ਐਫਰਟਸ ਕਿਹਦੇ ਸੀਗੇ, ਰਾਜਾ ਰਾਮ ਮੋਹਨ ਰਾਏ ਸਾਹਿਬ ਦੇ ਹੀ ਸੀਗੇ, ਠੀਕ ਹੈ। ਹੁਣ ਕਿਉਂਕਿ ਜਿਹੜੇ ਹਿੰਦੂ ਧਰਮ ਦੇ ਵਿੱਚ ਜਿਹੜੀਆਂ ਕੁਰੀਤੀਆਂ ਸੀ ਉਸ ਨੂੰ ਇਹ ਬ੍ਰਹਮ ਸਮਾਜ ਟਾਰਗੇਟ ਕਰ ਰਿਹਾ ਸੀ, ਤਾਂ ਜਿਹੜੇ ਔਰਥੋਡੋਕਸ ਹਿੰਦੂ ਸੀਗੇ, ਜਿਹੜੇ ਕੱਟੜ ਹਿੰਦੂ ਸੀਗੇ ਉਹਨਾਂ ਨੂੰ ਇਹ ਚੀਜ਼ ਓਬਵੀਅਸਲੀ ਪਸੰਦ ਨਹੀਂ ਆਈ ਹੈਗੀ, ਠੀਕ ਹੈ। ਤਾਂ ਉਹ ਜਿਹੜੇ ਕੱਟੜ ਜਾਂ ਔਰਥੋਡੋਕਸ ਹਿੰਦੂ ਸੀਗੇ ਉਹਨਾਂ ਨੇ ਇਹਦੇ ਅਗੇਂਸਟ ਬ੍ਰਹਮੋ ਸਮਾਜ ਦੇ ਅਗੇਂਸਟ ਇੱਕ ਹੋਰ ਸੰਸਥਾ ਬਣਾ ਲਈ, ਉਹਦਾ ਨਾਮ ਰੱਖਦਾ ਜੀ ਧਰਮ ਸਭਾ, ਠੀਕ ਹੈ। ਹੁਣ ਇਹ ਪੁੱਛ ਰਿਹਾ ਵੀ ਧਰਮ ਸਭਾ ਜਿਹੜੀ ਇਹਦਾ ਫਾਊਂਡਰ ਕੌਣ ਸੀ, ਤਾਂ ਇਹਦਾ ਆਨਸਰ ਆਏਗਾ ਰਾਜੇ ਸੀ ਰਧਾਕਾਂਤ ਦੇਵ। ਰਧਾਕਾਂਤ ਦੇਵ ਸਾਹਿਬ ਨੇ ਧਰਮ ਸਭਾ ਬਣਾਈ ਐਜ਼ ਅ ਕਾਊਂਟਰ ਟੂ ਇਨ ਓਪੋਜੀਸ਼ਨ ਟੂ ਬ੍ਰਹਮੋ ਸਮਾਜ, ਕਿ ਬ੍ਰਹਮੋ ਸਮਾਜ ਸਾਡੇ ਹਿੰਦੂ ਧਰਮ ਨੂੰ ਕੀ ਹੈ ਮਤਲਬ ਡੈਮੇਜ ਕਰ ਰਿਹਾ ਇੱਕ ਤਰ੍ਹਾਂ ਦਾ, ਇਹ ਧਰਮ ਸਭਾ ਦਾ ਕਹਿਣਾ ਸੀਗਾ, ਠੀਕ ਹੈ। ਕਿਉਂਕਿ ਦੇਖੋ ਓਬਵੀਅਸਲੀ ਗੱਲ ਹੈ ਕੋਈ ਵੀ ਚੀਜ਼ ਹੈ ਇੱਕੋਦਮ ਚੇਂਜ ਤੁਸੀਂ ਕਰੋਗੇ ਤਾਂ ਉਹਦੀ ਓਪੋਜੀਸ਼ਨ ਹੋਏਗੀ, ਠੀਕ ਹੈ। ਹੁਣ ਟ੍ਰਿਪਲ ਤਲਾਕ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਕੱਟੜ ਮੁਸਲਮਾਨ ਨੇ ਓਬਵੀਅਸਲੀ ਉਹਦਾ ਵਿਰੋਧ ਕਰਨਗੇ, ਠੀਕ ਹੈ। ਜਿਹੜੇ ਲਿਬਰਲ ਨੇ ਮਤਲਬ ਜਿਹੜੇ ਕੀ ਹੈ ਥੋੜ੍ਹਾ ਜਿਹਾ ਕਹਿਣਗੇ ਵੀ ਹਾਂ ਠੀਕ ਹੈ ਅਸੀਂ ਮਾਡਰਨਾਈਜ਼ ਹੋਣਾ ਚਾਹੁੰਦੇ ਹਾਂ, ਤਾਂ ਓਬਵੀਅਸਲੀ ਉਹਨੂੰ ਸਪੋਰਟ ਕਰਨਗੇ, ਠੀਕ ਹੈ। ਇਹ ਚੀਜ਼ ਹੈਗੀ, ਤਾਂ ਇਹੀ ਚੀਜ਼ ਉਸ ਟਾਈਮ ਹੋਈ ਸੀ। ਜਿਹੜੀ ਸਤੀ ਪ੍ਰਥਾ ਸੀ ਰਾਜੇ ਪਹਿਲਾਂ ਸਾਡੇ ਹਿੰਦੂ ਧਰਮ ਦਾ ਇੱਕ ਪਾਰਟ ਸੀਗੀ, ਇੱਕ ਇੰਟੀਗਰਲ ਪਾਰਟ ਬਣ ਕੇ ਰਹਿ ਚੁੱਕੀ ਸੀਗੀ, ਤਾਂ ਓਬਵੀਅਸਲੀ ਜਦੋਂ ਇਹਦੇ ਖਿਲਾਫ ਕੋਈ ਮਤਲਬ ਪ੍ਰਦਰਸ਼ਨ ਹੋਏ ਜਾਂ ਇਹਦੇ ਖਿਲਾਫ ਕੋਈ ਮੁਹਿੰਮ ਚੱਲੀ ਵੀ ਇਹ ਨਹੀਂ ਹੋਣੀ ਚਾਹੀਦੀ, ਤਾਂ ਇਹਦੇ ਅਗੇਂਸਟ ਡੈਫੀਨੇਟਲੀ ਜਿਹੜਾ ਕਾਊਂਟਰ ਦੇ ਵਿੱਚ ਆਉਣਾ ਚਾਹੀਦਾ ਸੀਗਾ ਕਿ ਹਾਂ ਜਿਹੜੇ ਕੱਟੜ ਹਿੰਦੂ ਸੀ ਉਹਨਾਂ ਨੇ ਇਹਦਾ ਵਿਰੋਧ ਕੀਤਾ ਕਿ ਨਹੀਂ ਇਹ ਸਾਡਾ ਹਿੰਦੂ ਧਰਮ ਦਾ ਪਾਰਟ ਹੈ ਇੱਕ ਸਤੀ ਪ੍ਰਥਾ। ਤਾਂ ਇੱਦਾਂ ਹੀ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜਾ ਕਿ ਬ੍ਰਹਮੋ ਸਮਾਜ ਨੇ ਵਿਰੋਧ ਕੀਤਾ ਸੀ ਸੋਸ਼ਲ ਲੈਵਲ ਦਾ, ਅਤੇ ਉਹਦੇ ਅਗੇਂਸਟ ਫਿਰ ਧਰਮ ਸਭਾ ਨੇ ਵੀ ਪ੍ਰੋਟੈਸਟ ਕੀਤੇ ਸੀਗੇ, ਠੀਕ ਹੈ ਜੀ। ਚਲੋ Who among the following was the author of drama ਨੀਲ ਦਰਪਣ। ਨੀਲ ਜਿਹੜਾ ਰਾਜੇ ਆਪਾਂ ਇੰਡੀਗੋ ਕਲਟੀਵੇਟ ਕਰਦੇ ਹਾਂ, ਇੰਡੀਗੋ ਨੀਲ, ਠੀਕ ਹੈ, ਨੀਲ ਦਰਪਣ। ਤਾਂ ਰਾਜੇ ਇੱਕ ਡਰਾਮਾ ਲਿਖਿਆ ਗਿਆ ਸੀ ਨੀਲ ਦਰਪਣ। ਪੁੱਛ ਰਿਹਾ ਵੀ ਕਿਹੜੇ ਆਥਰ ਨੇ ਲਿਖਿਆ ਸੀਗਾ, ਤਾਂ ਸਭ ਤੋਂ ਪਹਿਲਾਂ ਤਾਂ ਇਹਦਾ ਆਨਸਰ ਦੇਖੋ ਆਪਾਂ ਦੇਖ ਲੈਂਦੇ ਹਾਂ, ਡੀ ਆਏਗਾ ਦੀਨ ਬੰਧੂ ਮਿੱਤਰਾ। ਦੀਨ ਬੰਧੂ ਮਿੱਤਰਾ ਇਹਨੇ ਲਿਖਿਆ ਸੀ ਡਰਾਮਾ ਨੀਲ ਦਰਪਣ। ਹੁਣ ਜਿਵੇਂ ਨਾਮ ਤੋਂ ਹੀ ਨੀਲ ਆ ਰਿਹਾ ਰਾਜੇ, ਤਾਂ ਆਪਾਂ ਨੂੰ ਇੱਥੋਂ ਯਾਦ ਰੱਖ ਸਕਦੇ ਹਾਂ ਕਿ ਜਿਹੜਾ ਇਹ ਡਰਾਮਾ ਸੀ ਐਕਚੁਅਲ ਦੇ ਵਿੱਚ ਕਿਹਦੇ ਬੇਸ 'ਤੇ ਲਿਖਿਆ ਸੀ, ਇਹ ਸਾਡਾ ਇੱਕ ਇੰਡੀਗੋ ਰਿਬੈਲੀਅਨ ਹੋਇਆ ਸੀਗਾ, ਇੰਡੀਗੋ ਰਿਬੈਲੀਅਨ, ਜਿਹਨੂੰ ਅਸੀਂ ਨੀਲ ਵਿਦਰੋਹ ਵੀ ਕਹਿ ਦਿੰਦੇ ਹਾਂ, ਨੀਲ ਵਿਦਰੋਹ ਜਾਂ ਵਿਦਰੋਹ, ਠੀਕ ਹੈ, ਨੀਲ ਵਿਦਰੋਹ ਕਹਿ ਦਿੰਦੇ ਹਾਂ। ਤਾਂ ਇੰਡੀਗੋ ਰਿਬੈਲੀਅਨ ਹੋਇਆ ਸੀ ਰਾਜੇ 1859 ਦੇ ਵਿੱਚ, 1859 ਦੇ ਵਿੱਚ ਇੰਡੀਗੋ ਰਿਬੈਲੀਅਨ ਹੋਇਆ ਸੀ, ਜਿਹਦੇ ਵਿੱਚ ਸਾਡੇ ਇੰਡੀਗੋ ਕਲਟੀਵੇਟਰ ਸੀ ਜਿਹੜੇ ਕਿ ਸਾਡੇ ਇੰਡੀਅਨ ਫਾਰਮਰ ਪੀਜੈਂਟ ਸੀ ਜਿਹੜੇ ਕਿ ਇੰਡੀਗੋ ਕਲਟੀਵੇਟ ਕਰਦੇ ਸੀ, ਉਹਨਾਂ ਉੱਪਰ ਓਪਰੇਸ਼ਨ ਹੁੰਦੀ ਸੀ। ਅੰਗਰੇਜ਼ ਜਿਹੜੇ ਪਲਾਂਟੇਸ਼ਨ ਓਨਰ ਸੀਗੇ ਉਹਨਾਂ ਦੁਆਰਾ ਇੰਡੀਗੋ ਕਲਟੀਵੇਟਰ ਉੱਪਰ ਓਪਰੇਸ਼ਨ ਹੁੰਦੀ ਸੀ, ਅਤਿਆਚਾਰ ਹੁੰਦਾ ਸੀਗਾ। ਇਹ ਸਾਰਾ ਅਤਿਆਚਾਰ ਦੀਨ ਬੰਧੂ ਮਿੱਤਰਾ ਸਾਹਿਬ ਨੇ ਇਹ ਆਪਣੇ ਇਸ ਡਰਾਮਾ ਨੀਲ ਦਰਪਣ ਦੇ ਵਿੱਚ ਪੋਰਟਰੇ ਕੀਤਾ ਹੈਗਾ, ਠੀਕ ਹੈ, ਲਿਖਿਆ ਹੈਗਾ। ਤਾਂ ਬਿਲਕੁਲ ਇਹ ਵੀ ਤੁਸੀਂ ਯਾਦ ਰੱਖਣਾ। ਪਹਿਲੀ ਗੱਲ ਤਾਂ ਵੀ ਇਹਦਾ ਆਥਰ ਕੌਣ ਹੈ, ਦੀਨ ਬੰਧੂ ਮਿੱਤਰਾ, ਔਰ ਇਸ ਦਾ ਸਬਜੈਕਟ ਕੀ ਹੈ ਰਾਜੇ, ਇੰਡੀਗੋ ਰਿਬੈਲੀਅਨ ਸਬਜੈਕਟ ਹੈਗਾ, ਠੀਕ ਹੈ। ਆਪਾਂ ਨੇ ਰਾਜੇ ਲਾਸਟ ਸੈਸ਼ਨ ਦੇ ਵਿੱਚ ਇੱਕ ਚੀਜ਼ ਹੋਰ ਕੀਤੀ ਸੀਗੀ, ਆਨੰਦ ਮੱਠ ਬਾਰੇ ਪੜ੍ਹਿਆ ਸੀ ਆਪਾਂ ਨੇ, ਆਨੰਦ ਮੱਠ, ਠੀਕ ਹੈ। ਕਿਹਦੀ ਬੁੱਕ ਹੈ, ਕਿਹਦੀ ਮਤਲਬ ਵਰਕ ਹੈ ਰਾਜੇ, ਇਹ ਬੰਕਿਮ ਚੰਦਰ ਚੈਟਰਜੀ ਦਾ, ਠੀਕ ਹੈ, ਆਪਾਂ ਪੜ੍ਹਿਆ ਸੀਗਾ ਬੰਕਿਮ ਚੰਦਰ ਚੈਟਰਜੀ ਦਾ। ਔਰ ਇਹਦੇ ਵਿੱਚ ਕੀ ਸੀ, ਇੱਕ ਵੰਦੇ ਮਾਤਰਮ ਵੀ ਸੀਗਾ ਸਾਡਾ, ਠੀਕ ਹੈ। ਅਸੀਂ ਦੇਖਿਆ ਸੀ ਆਨੰਦ ਮੱਠ ਦੇ ਵਿੱਚ ਕਿਹੜਾ ਸਬਜੈਕਟ ਸੀਗਾ, ਸੰਨਿਆਸੀ ਰਿਵੋਲਟ, ਠੀਕ ਹੈ, ਸੰਨਿਆਸੀ ਰਿਬੈਲੀਅਨ, ਠੀਕ ਹੈ। ਤਾਂ ਧਿਆਨ ਰੱਖਣਾ ਹੈ ਆਨੰਦ ਮੱਠ ਦੇ ਵਿੱਚ ਸੰਨਿਆਸੀ ਰਿਬੈਲੀਅਨ ਬਾਰੇ ਜਾਂ ਫਿਰ ਫਕੀਰ ਰਿਬੈਲੀਅਨ ਬਾਰੇ, ਠੀਕ ਹੈ। ਔਰ ਨੀਲ ਦਰਪਣ ਦੇ ਵਿੱਚ ਇੰਡੀਗੋ ਰਿਬੈਲੀਅਨ ਬਾਰੇ ਲਿਖਿਆ ਗਿਆ, ਠੀਕ ਹੈ, ਦੋਨੋਂ ਹੀ ਧਿਆਨ ਰੱਖਣੇ ਨੇ ਆਪਾਂ ਨੇ। ਚਲੋ ਜਿਹੜੀ ਆਨੰਦ ਮੱਠ ਸੀ ਕਦੋਂ ਲਿਖੀ ਗਈ ਸੀ ਰਾਜੇ, 1882 ਦੇ ਵਿੱਚ, ਠੀਕ ਹੈ ਜੀ। ਚਲੋ ਨੈਕਸਟ ਅਗੇਨ ਸੋਸ਼ਲ ਸਟੱਡੀਜ਼ ਦੇ ਵਿੱਚ ਕੁਐਸਚਨ ਹੈ, ਹੂ ਸੈਡ ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਵਿਲ ਹੈਵ ਇਟ। ਬਹੁਤ ਈਜ਼ੀ ਕੁਐਸਚਨ ਹੈ ਔਰ ਬਹੁਤ ਹੀ ਰਿਪੀਟਡ ਕੁਐਸਚਨ ਹੈ ਐਗਜ਼ਾਮ ਦੇ ਵਿੱਚ, ਕਈ ਵਾਰੀ ਕੁਐਸਚਨ ਦੇ ਵਿੱਚ ਪੇਪਰਾਂ ਦੇ ਵਿੱਚ ਆਉਂਦਾ ਹੁੰਦਾ, ਠੀਕ ਹੈ। ਤਾਂ ਆਨਸਰ ਬਿਲਕੁਲ ਈਜ਼ੀ ਹੈ, ਦਾ ਲੋਕਮਾਨਿਆ ਤਿਲਕ, ਬਾਲ ਗੰਗਾਧਰ ਤਿਲਕ ਨੇ ਇਹ ਚੀਜ਼ ਕਹੀ ਸੀ ਰਾਜੇ ਕਿ ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ, ਠੀਕ ਹੈ ਜੀ। ਇਹ ਲੋਕਮਾਨਿਆ ਤਿਲਕ ਯਾਨੀ ਕਿ ਬਾਲ ਗੰਗਾਧਰ ਤਿਲਕ ਨੇ ਕਿਹਾ ਸੀਗਾ, ਠੀਕ ਹੈ ਰਾਜੇ। ਹੁਣ ਦੇਖੋ ਅਗਰ ਮੈਂ ਪੀਟੈਟ ਦੀ ਗੱਲ ਕਰਾਂ ਤਾਂ ਪੀਟੈਟ ਦੀ ਰਾਜੇ ਸਬਜੈਕਟ ਹੈ ਇਹ ਸੋਸ਼ਲ ਸਟੱਡੀਜ਼, ਠੀਕ ਹੈ, ਠੀਕ ਹੈ। ਅਦਰਵਾਈਜ਼ ਇਹ ਸੋਸ਼ਲ ਸਟੱਡੀਜ਼ ਨਾ ਕਹਿ ਕੇ ਇਹਨੂੰ ਆਪਾਂ ਸਿੰਪਲ ਮਾਡਰਨ ਹਿਸਟਰੀ ਵੀ ਕਹਿ ਸਕਦੇ ਹਾਂ, ਠੀਕ ਹੈ।
ਤਾਂ ਜੇ ਮੈਂ ਕਹਿ ਰਿਹਾ ਕਿ ਪੀਟੈਟ ਦੀ ਆਪਾਂ ਸੀਰੀਜ਼ ਲੈ ਕੇ ਆਇਆ ਤਾਂ ਪੀਟੈਟ ਦੇ ਨਾਲ ਹੋਰ ਵੀ ਸਾਰੇ ਜਿਹੜੇ ਐਗਜ਼ਾਮਸ ਨੇ ਪੰਜਾਬ ਦੇ ਉਹ ਵੀ ਇਹਦੇ ਵਿੱਚ ਕਵਰ ਹੋ ਰਹੇ ਨੇ। ਓਬਵੀਅਸਲੀ ਗੱਲ ਹੈ, ਕਿਉਂਕਿ ਜਿਹਨੂੰ ਤੁਸੀਂ ਸੋਸ਼ਲ ਸਟੱਡੀਜ਼ ਕਹਿ ਰਹੇ ਹੋ ਉਹ ਸਾਡੇ ਵਿੱਚ ਮਾਡਰਨ ਹਿਸਟਰੀ ਵੀ ਕਹਿ ਸਕਦੇ ਹਾਂ ਆਪਾਂ ਉਹਨੂੰ, ਠੀਕ ਹੈ। ਤਾਂ ਆਲਮੋਸਟ ਹਰ ਐਗਜ਼ਾਮ ਦੀ ਹੀ ਇਸ ਵੀਡੀਓ ਦੇ ਵਿੱਚ ਤਿਆਰੀ ਹੋ ਜਾਏਗੀ। ਹਾਂ, ਬਟ ਸਪੈਸੀਫਿਕਲੀ ਅਸੀਂ ਪੀਟੈਟ ਨੂੰ ਟਾਰਗੇਟ ਕਰ ਰਹੇ ਹਾਂ, ਠੀਕ ਹੈ ਜੀ। ਚਲੋ, ਏਂਸ਼ੀਅੰਟ ਹਿਸਟਰੀ ਦੇ ਵਿੱਚੋਂ ਹੈ ਜੀ, ਵਿਚ ਆਫ ਦ ਫੋਲੋਇੰਗ ਹਰਪਨ ਸਿਟੀ ਸਾਈਟਸ ਹੈਡ ਬਾਈਪਾਰਟੀਟੇਟ। ਬਾਈਪਾਰਟੀਟ ਮਤਲਬ ਕੀ ਹੈ ਰਾਜੇ, ਦੋ ਹਿੱਸਿਆਂ ਦੇ ਵਿੱਚ, ਟੂ ਹਿੱਸੇ ਜੇ ਆਪਾਂ ਕਹਾਂਗੇ, ਟੂ ਪਾਰਟਸ, ਠੀਕ ਹੈ, ਬਾਈ ਪਾਰਟਸ, ਦੋ ਹਿੱਸਿਆਂ ਦੇ ਵਿੱਚ ਡਿਵੀਜ਼ਨ, ਹਾਈ ਸਿਟਾਡਲ ਐਂਡ ਲੋਅਰ ਟਾਊਨ, ਠੀਕ ਹੈ ਜੀ। ਇੱਥੇ ਲਿਖਿਆ ਹੋਇਆ ਹਾਈ ਸਿਟਾਡਲ ਐਂਡ ਲੋਅਰ ਟਾਊਨ। ਸਿਟਾਡਲ ਕੀ ਹੁੰਦਾ ਰਾਜੇ, ਸਿਟਾਡਲ ਹੁੰਦਾ ਇੱਕ ਤਰ੍ਹਾਂ ਦਾ ਕਿਲਾ, ਇੱਕ ਤਰ੍ਹਾਂ ਦਾ ਫੋਰਟ, ਠੀਕ ਹੈ, ਕਿਲੇਬੰਦੀ ਕਰਨਾ, ਉਹਨੂੰ ਆਪਾਂ ਸਿਟਾਡਲ ਕਹਿ ਦਿੰਦੇ ਹਾਂ। ਜਿਵੇਂ ਆ ਸ਼ਹਿਰ ਹੈ ਰਾਜੇ, ਠੀਕ ਹੈ, ਆ ਸ਼ਹਿਰ ਬਣਿਆ ਹੋਇਆ, ਬਿਲਡਿੰਗਸ ਬਣੀਆਂ ਹੋਈਆਂ ਨੇ, ਇਹਦੇ ਆਲੇ ਦੁਆਲੇ ਅਗਰ ਮੈंने ਬਾਊਂਡਰੀ ਕਰਤੀ ਤਾਂ ਇਹਨੂੰ ਮੈਂ ਸਿਟਾਡਲ ਕਹਾਂਗਾ, ਠੀਕ ਹੈ। ਇੱਦਾਂ ਹੀ ਕਿਲੇਬੰਦੀ ਹੁੰਦੀ ਸੀ ਨਾ, ਇਹਨੂੰ ਕਿਲਾ ਕਹਾਂਗੇ ਆਪਾਂ, ਕਿ ਸ਼ਹਿਰ ਦੇ ਆਲੇ ਦੁਆਲੇ ਵੱਡੀਆਂ ਦੀਵਾਰਾਂ ਖਿੱਚਦੀਆਂ ਤੁਸੀਂ, ਕਿਲੇਬੰਦੀ ਕਰਤੀ, ਉਹਨੂੰ ਆਪਾਂ ਸਿਟਾਡਲ ਕਹਿ ਦਿੰਦੇ ਹਾਂ। ਤਾਂ ਹਰਪਨ ਸਿਟੀ ਦੇ ਵਿੱਚ ਵੀ ਜਿਹੜੇ ਸਿਟਾਡਲ ਸੀ, ਕਿਲੇ ਸੀ, ਉਹ ਇੰਪੋਰਟੈਂਟ ਪਾਰਟ ਸੀਗੇ ਪਲੇ ਕਰਦੇ। ਤੁਸੀਂ ਅਗਰ ਰਿਤਿਕ ਰੋਸ਼ਨ ਦੀ ਮੂਵੀ ਦੇਖੀਏ ਮੋਹਨਜੋਦਾਰੋ, ਤਾਂ ਤੁਸੀਂ ਤੁਹਾਡੇ ਯਾਦ ਹੋਣਾ ਰਿਤਿਕ ਰੋਸ਼ਨ ਜਦੋਂ ਪਹਿਲੀ ਵਾਰੀ ਜਦੋਂ ਸ਼ਹਿਰ ਜਾਂਦਾ ਹੁੰਦਾ ਹੈਗਾ, ਇੰਡੀਗੋ ਵੇਚਣ ਜਾਂਦਾ ਹੁੰਦਾ, ਤਾਂ ਤੁਸੀਂ ਯਾਦ ਹੋਊਗਾ ਤੁਹਾਨੂੰ, ਉਹ ਪੌੜੀਆਂ ਚੜ੍ਹ ਕੇ ਜਾਂਦਾ ਹੁੰਦਾ। ਇੱਕ ਵੱਡੀ ਉੱਚੀ ਜੀ ਬਿਲਡਿੰਗ ਹੁੰਦੀ ਹੈ, ਉੱਚਾ ਜਿਹਾ ਪਹਾੜ ਹੁੰਦਾ, ਉੱਥੇ ਪੌੜੀਆਂ ਚੜ੍ਹ ਕੇ ਜਾਂਦਾ ਹੁੰਦਾ ਜਦੋਂ ਆਪਣੀ ਸੀਲ ਦਿਖਾ ਕੇ ਫਿਰ ਅੰਦਰ ਐਂਟਰ ਕਰਦਾ ਹੁੰਦਾ ਅਪਰ ਟਾਊਨ ਦੇ ਵਿੱਚ। ਤਾਂ ਸਾਨੂੰ ਪਤਾ ਲੱਗਦਾ ਕਿ ਕੁਛ ਉੱਥੇ ਵੀ ਲੋਅਰ ਟਾਊਨ ਵੀ ਸੀਗਾ ਜਿੱਥੇ ਰਿਤਿਕ ਰੋਸ਼ਨ ਆਲਰੇਡੀ ਰਹਿ ਰਿਹਾ ਸੀਗਾ, ਅਤੇ ਜਦੋਂ ਜਾਂਦਾ ਹੁੰਦਾ ਉਹ ਅਪਰ ਟਾਊਨ ਦੇ ਵਿੱਚ ਜਾਂਦਾ ਹੁੰਦਾ, ਠੀਕ ਹੈ। ਤਾਂ ਇਸੇ ਤਰ੍ਹਾਂ ਜਿਹੜੇ ਮੇਜਰ ਮੋਸਟ ਆਫ ਦ ਸਿਟੀਜ਼ ਆਫ ਹਰਪਨ ਸਿਵਲਾਈਜੇਸ਼ਨ ਇੱਦਾਂ ਹੀ ਸੀਗੀਆਂ ਕਿ ਲੋਅਰ ਟਾਊਨ ਵੀ ਸੀਗਾ, ਇੱਕ ਅਪਰ ਟਾਊਨ ਵੀ ਸੀਗਾ, ਇੱਦਾਂ ਹੀ ਡਿਵੀਜ਼ਨ ਸੀਗਾ। ਬਟ ਇੱਕ ਸਿਟੀ ਆਪਾਂ ਜਿਹੜੀ ਦੇਖੋ ਮੇਜਰ ਦੇਖਣ ਨੂੰ ਮਿਲਦੀ ਹੈ, ਉਹਦੇ ਵਿੱਚ ਇੱਦਾਂ ਦੀ ਕਲੀਅਰ ਜਿਹੜੀ ਡਿਵੀਜ਼ਨ ਨਹੀਂ ਸੀਗੀ, ਠੀਕ ਹੈ, ਡਿਵੀਜ਼ਨ ਸੀਗੀ ਬਟ ਇੰਨੀ ਕਲੀਅਰ ਨਹੀਂ ਸੀ ਜਿੰਨੀ ਹੋਰ ਸਿਟੀਜ਼ ਦੇ ਵਿੱਚ ਹੈ। ਜਿਵੇਂ ਮੈਂ ਗੱਲ ਕਰਾਂ ਹਰਪਾ ਦੀ, ਮੋਹਨਜੋਦਾਰੋ ਦੀ, ਇਹਨਾਂ ਵਿੱਚ ਬੜੀ ਕਲੀਅਰ ਡਿਵੀਜ਼ਨ ਹੈਗੀ ਸੀਗੀ, ਠੀਕ ਹੈ, ਕਿ ਹਾਂਜੀ ਇੱਕ ਲੋਅਰ ਟਾਊਨ ਹੈ, ਇੱਕ ਅਪਰ ਟਾਊਨ ਹੈਗਾ। ਤਾਂ ਇੱਥੇ ਰਾਜੀ ਪੁੱਛ ਰਿਹਾ ਹੈ ਕਿ ਕਿਹੜੇ ਸਿਟੀ ਦੇ ਵਿੱਚ ਬਾਈਪਾਰਟਾਈਟ ਡਿਵੀਜ਼ਨ ਹੈਗੀ ਸੀਗੀ, ਠੀਕ ਹੈ। ਤਾਂ ਹਰਪਾ ਮੋਹਨਜੋਦਾਰੋ ਤੋਂ ਬਹੁਤ ਵੱਡੇ ਸਿਟੀਜ਼, ਤਾਂ ਇਹਨਾਂ ਦੇ ਵਿੱਚ ਤਾਂ ਡੈਫੀਨਿਟਲੀ ਹੈਗੀ ਸੀ, ਠੀਕ ਹੈ। ਉਸ ਤੋਂ ਬਾਅਦ ਚਲੋ ਜੀ ਕਾਲੀਬੰਗਨ ਦੇ ਵਿੱਚ ਵੀ ਜਿਹੜੀ ਡਿਵੀਜ਼ਨ ਹੈਗੀ ਸੀ, ਠੀਕ ਹੈ। ਤਾਂ ਇੱਥੇ ਆਪਣਾ ਆਨਸਰ 1 2 3 ਆਏਗਾ ਰਾਜੇ, ਸੀ ਆਨਸਰ ਆਏਗਾ 1 2 3, ਠੀਕ ਹੈ, ਪਹਿਲੀ ਗੱਲ ਤਾਂ। ਹੁਣ ਰਾਜੇ ਸੂਰਕੋਟੜਾ ਜਿਹੜੀ ਕੀ ਹੈ, ਕਿੱਥੇ ਹੈ, ਗੁਜਰਾਤ ਦੇ ਵਿੱਚ, ਪਹਿਲੀ ਗੱਲ ਤਾਂ ਜਿਹੜਾ ਸੂਰਕੋਟੜਾ ਸੀ ਰਾਜੇ, ਇੱਥੇ ਵੀ ਐਕਚੁਅਲ ਦੇ ਵਿੱਚ ਡਿਵੀਜ਼ਨ ਤਾਂ ਹੈਗੀ ਸੀ ਅਪਰ ਟਾਊਨ ਅਤੇ ਲੋਅਰ ਟਾਊਨ ਦੀ, ਬਟ ਇੰਨੀ ਡਿਸਟਿੰਕਟ ਨਹੀਂ ਸੀਗੀ, ਬਿਲਕੁਲ ਅਲੱਗ ਨਹੀਂ ਸੀ, ਇਹ ਇਕੱਠੇ ਜੁੜੇ ਹੋਏ ਸੀਗੇ ਇੱਕ ਤਰ੍ਹਾਂ ਦੇ, ਠੀਕ ਹੈ। ਮਤਲਬ ਉੱਚਾ ਨੀਵਾਂ ਜ਼ਰੂਰ ਸੀਗਾ ਬਟ ਇੱਕ ਸ਼ਹਿਰ ਵਰਗਾ ਹੀ ਸੀਗਾ, ਠੀਕ ਹੈ, ਇੱਕ ਸ਼ਹਿਰ ਵਰਗਾ ਹੀ ਸੀਗਾ, ਇਹ ਕੋਈ ਅਲੱਗ ਚੀਜ਼ ਨਹੀਂ ਸੀਗੀ। ਜਿਹੜੀ ਬਾਕੀ ਮੇਜਰ ਸਾਈਟਸ ਨੇ ਉਹਨਾਂ ਦੇ ਵਿੱਚ ਬਿਲਕੁਲ ਅਲੱਗ ਦੇਖਣ ਨੂੰ ਮਿਲਦਾ ਆਪਾਂ ਨੂੰ, ਕਿ ਇੱਕ ਲੋਅਰ ਹੈਗਾ, ਇੱਕ ਅਪਰ ਹੈਗਾ, ਬਿਲਕੁਲ ਅਲੱਗ ਇੱਕ ਚੀਜ਼ ਡਿਵੀਜ਼ਨ ਦੇਖਣ ਨੂੰ ਮਿਲਦੀ ਹੈ ਆਪਾਂ ਨੂੰ। ਇਹ ਚੀਜ਼ ਸੂਰਕੋਟੜੇ ਵਿੱਚ ਦੇਖਣ ਨੂੰ ਆਪਾਂ ਨੂੰ ਨਹੀਂ ਮਿਲੀ ਹੈਗੀ, ਠੀਕ ਹੈ, ਇਹ ਧਿਆਨ ਰੱਖਣਾ। ਤਾਂ ਆਪਣਾ ਆਨਸਰ ਸੀ ਆਏਗਾ ਜੀ 1 2 3, ਹਰੱਪਾ, ਮੋਹਨਜੋਦਾਰੋ ਅਤੇ ਕਾਲੀਬੰਗਨ, ਠੀਕ ਹੈ ਜੀ। ਚਲੋ, ਕੁਛ ਇਹ ਰੀਜਨ ਹੈ ਰਾਜੇ, ਦੇਖੋ ਇਹ ਲੋਅਰ ਟਾਊਨ ਹੈ ਸਾਡਾ, ਇਹ ਸਿਟਾਡਲ ਹੈ, ਇਹ ਅਪਰ ਟਾਊਨ ਹੈ, ਜਿਹਦੀ ਕਿ ਚਾਰ ਦੀਵਾਰੀ ਖਿੱਚੀ ਜਾਂਦੀ ਸੀ, ਬਾਊਂਡਰੀ ਖਿੱਚੀ ਜਾਂਦੀ ਸੀਗੀ, ਠੀਕ ਹੈ, ਤਾਂ ਕਿ ਜਿਹੜੇ ਹੋਰ ਐਂਟੀ ਸੋਸ਼ਲ ਐਲੀਮੈਂਟਸ ਨੇਗੇ, ਕੋਈ ਚੋਰ ਵਗੈਰਾ ਨਾ ਆ ਜਾਏ ਸ਼ਹਿਰ ਦੇ ਵਿੱਚ, ਕਿਉਂਕਿ ਇੱਥੇ ਅਮੀਰ ਲੋਕ ਰਹਿੰਦੇ ਸੀ। ਇੱਥੇ ਜਿਹੜੇ ਆਮ ਲੋਕ, ਜਿਹੜੇ ਫਾਰਮਰ ਵਗੈਰਾ, ਪੀਜ਼ੈਂਟ ਵਗੈਰਾ, ਉਹ ਰਹਿੰਦੇ ਸੀ। ਇੱਥੇ ਉੱਪਰਲੇ ਸ਼ਹਿਰ ਦੇ ਵਿੱਚ ਅਮੀਰ ਲੋਕ ਰਹਿੰਦੇ ਸੀਗੇ, ਇਹ ਧਿਆਨ ਦੇਣਾ ਤੁਸੀਂ, ਠੀਕ ਹੈ। ਚਲੋ ਨੈਕਸਟ ਜੀ, ਵਿਚ ਰਿਵਰ ਇਜ਼ ਨੋਨ ਐਜ਼ ਗੰਗਾ ਆਫ ਸਾਊਥ, ਦਕਸ਼ਿਣ ਗੰਗਾ ਬੇਸਿਕਲੀ। ਤਾਂ ਕਿਹੜੀ ਨਦੀ ਨੂੰ ਰਾਜੀ ਆਪਾਂ ਸਾਊਥ ਦੀ ਗੰਗਾ ਕਹਿੰਦੇ ਹਾਂ, ਠੀਕ ਹੈ। ਤਾਂ ਦੇਖੋ ਇੱਥੇ ਥੋੜ੍ਹਾ ਜਿਹਾ ਆਪਾਂ ਨੂੰ ਕਾਮਨ ਸੈਂਸ ਲਗਾਉਣ ਦੀ ਲੋੜ ਹੈ ਅਗਰ ਆਪਾਂ ਨੂੰ ਆਨਸਰ ਨਹੀਂ ਪਤਾ। ਗੰਗਾ ਆਫ ਸਾਊਥ ਦਾ ਕੀ ਮਤਲਬ ਹੈ? ਇੱਕ ਤਾਂ ਦੇਖੋ ਗੰਗਾ ਵਰਗੇ ਪਵਿੱਤਰ ਹੋਣੀ ਚਾਹੀਦੀ ਹੈ ਉਹ, ਹੋਲੀ ਰਿਵਰ, ਜਿਵੇਂ ਗੰਗਾ ਦਾ ਸਟੇਟਸ ਹੋਲੀ ਹੈ ਉੱਦਾਂ ਹੋਣਾ ਚਾਹੀਦਾ ਹੈ। ਦੂਸਰਾ, ਗੰਗਾ ਵਰਗੀ ਉਹ ਵੱਡੀ ਰਿਵਰ ਹੋਣੀ ਚਾਹੀਦੀ ਹੈ, ਲਾਰਜ ਵੋਲਿਊਮ ਦੇ ਅਕੋਰਡਿੰਗ ਵੀ ਔਰ ਲੈਂਥ ਦੇ ਅਕੋਰਡਿੰਗ ਵੀ, ਠੀਕ ਹੈ। ਤਾਂ ਦੋ ਚੀਜ਼ਾਂ ਦੇਖਾਂਗੇ ਆਪਾਂ, ਇਹਨਾਂ ਦੋਨਾਂ ਚੀਜ਼ਾਂ ਨੂੰ। ਵੈਸੇ ਤਾਂ ਦੇਖੋ ਆਪਣੇ ਦੇਸ਼ ਦੇ ਵਿੱਚ ਕਿੰਨੀਆਂ ਵੀ ਨਦੀਆਂ ਨੇ, ਉਹਨਾਂ ਦੀ ਕੋਈ ਨਾ ਕੋਈ ਧਾਰਮਿਕ ਸਿਗਨੀਫਿਕੈਂਸ ਜ਼ਰੂਰ ਹੈਗੀ ਹੈ, ਠੀਕ ਹੈ, ਕਿਉਂਕਿ ਸਾਡਾ ਜਿਹੜਾ ਪੂਰਾ ਦਾ ਪੂਰਾ ਲਾਈਫ ਸਟਾਈਲ ਹੈ ਹਿਊਮਨ ਸਿਵਲਾਈਜੇਸ਼ਨ ਦਾ, ਉਹ ਰਿਵਰਸ ਦੇ ਕੰਢੇ ਹੀ ਬਣਿਆ ਹੋਇਆ ਸੀਗਾ, ਠੀਕ ਹੈ, ਏਂਸ਼ੀਅੰਟ ਤੋਂ ਲੈ ਕੇ ਹੁਣ ਤੱਕ, ਬਲਕਿ ਪ੍ਰੀ ਹਿਸਟੋਰਿਕ ਤੋਂ ਲੈ ਕੇ। ਤਾਂ ਰਿਵਰ ਦੇ ਉੱਪਰ ਅਸੀਂ ਹਮੇਸ਼ਾ ਡਿਪੈਂਡੈਂਟ ਰਹੇ ਹਾਂ, ਇਸੇ ਕਰਕੇ ਰਿਵਰਸ ਨੂੰ ਅਸੀਂ ਇੱਕ ਸਪਿਰਿਚੁਅਲ ਯਾਰ ਇੱਕ ਧਾਰਮਿਕ ਸਿਗਨੀਫਿਕੈਂਸ ਹਮੇਸ਼ਾ ਦਿੰਦੇ ਹਾਂ, ਠੀਕ ਹੈ। ਬਟ ਸਟਿਲ ਕੁਛ ਨਦੀਆਂ ਦਾ ਜ਼ਿਆਦਾ ਹੁੰਦਾ, ਜਿਵੇਂ ਕਿ ਗੰਗਾ ਦਾ ਜ਼ਿਆਦਾ ਹੈਗਾ, ਠੀਕ ਹੈ, ਗੰਗਾ ਯਮੁਨਾ ਦਾ। ਤਾਂ ਸਾਊਥ ਦੇ ਵਿੱਚ ਰਾਜੀ ਜਿਹੜੀ ਗੋਦਾਵਰੀ ਨਦੀ ਹੈ, ਗੰਗਾ ਵਰਗੀ ਹੀ ਇਹਦੀ ਰੈਲੀਵੈਂਸ ਹੈ, ਔਰ ਇਸੇ ਕਰਕੇ ਗੋਦਾਵਰੀ ਨੂੰ ਦਕਸ਼ਿਣ ਗੰਗਾ ਵੀ ਕਿਹਾ ਜਾਂਦਾ ਹੈ, ਸਾਊਥ ਦੀ ਗੰਗਾ, ਦਕਸ਼ਿਣ ਗੰਗਾ, ਠੀਕ ਹੈ ਜੀ। ਤਾਂ ਆਨਸਰ ਆਪਣਾ ਬਿਲਕੁਲ ਗੋਦਾਵਰੀ ਆਏਗਾ, ਕਿਉਂਕਿ ਬਹੁਤ ਵੱਡੀ ਰਿਵਰ ਵੀ ਹੈਗੀ ਹੈ ਔਰ ਇਹਦੀ ਹੋਲੀ ਜਿਹੜੀ ਰਿਲੀਜੀਅਸ ਰੈਲੀਵੈਂਸ ਵੀ ਬਹੁਤ ਹੈ, ਸਾਊਥ ਦੇ ਵਿੱਚ ਹੀ ਹੈ, ਡੈਕਨ ਦੇ ਵਿੱਚ ਆਪਾਂ ਕਹਾਂਗੇ, ਠੀਕ ਹੈ, ਗੋਦਾਵਰੀ। ਦੇਖ ਲੈਣਾ ਬੱਚੇ ਆਪਾਂ, ਆਹ ਸਾਡੀ ਗੋਦਾਵਰੀ ਨਦੀ ਹੈ ਰਾਜੀ ਡੈਕਨ ਦੇ ਵਿੱਚ।
गोदावरी नदी है, ठीक है। महानदी गोदावरी, कृष्णा, कावेरी, ये 4 इंपॉर्टेंट रिवर ने जिहड़े साडे इंडिया दे विच साउथ दे विच पैनसूलर दे विच फ्लो करदियां ने, ठीक है जी। उपर तां आपां नूं पता ही है राजे गंगा यमुना तो हैगियां ने। पैनसूला इंडिया दे विच जिहड़ियां कि पैनसूलर रिवर्स नेगियां वैसट फ्लोइंग रिवर्स, महानदी, गोदावरी, कृष्णा, कावेरी। जे मैं गल करा राजे ईस्ट फ्लोइंग रिवर्स की, तो उहदे विच नर्मदा, तापी जिहड़ियां की ने इंपॉर्टेंट रिवर्स ने। उपरों की ने साबरमती, मही, साबरमती, मही, नर्मदा, तापी। ये भी राजे सीक्वेंस आप याद कर सकते हैं किवें किवें SMNT, साबरमती, मही, नर्मदा, तापी, ठीक है। SMNT, समंथा, समंथा, समंथा तो ही आप याद कर सकते हैं कि ये जिहड़ियां ईस्ट फ्लोइंग रिवर्स ने साडियां, सॉरी वैसट फ्लोइंग रिवर्स ने जिहड़ियां साडियां वो अपनियां इधर आ गई जी, साबरमती, मही, नर्मदा, तापी, ठीक है। ये याद कर सकते हैं आप, ये वैसट फ्लोइंग रिवर्स ने जी, ठीक है। इधर वैसट हो गया, इधर ईस्ट हो गया, ठीक है जी। गोदावरी, कृष्णा, कावेरी ये साडियां ईस्ट फ्लोइंग रिवर्स ने गियां। स्ट्रेट बिटवीन, स्ट्रेट की हुंदा राजे एक पानी का मतलब चैनल हुंदा एक तरह का, ठीक है। आप अगे पढ़ते हैं। अ स्ट्रेट बिटवीन तमिलनाडु एंड श्रीलंका बेसिकली एंड मन्नार डिस्ट्रिक्ट ऑफ श्रीलंका। तो तमिलनाडु स्टेट दे विच ते श्रीलंका दे विच राजे एक स्ट्रेट हैगा, एक पानी का चैनल हैगा, उसका नाम पूछ रहे हैं। बड़ा ही ईजी क्वेश्चन है जो आप ऑप्शन देखते हैं, ठीक है। वैसे शायद भावें तुहानूं ना पता हो, बट ऑप्शन देख के तुहानूं बिल्कुल याद आ जाऊगा कि हाँ जी पाक स्टेट वर्गी असी कोई चीज़ पढ़ी हुई हैगी, तो बिल्कुल इसका आंसर पाक स्टेट ही आएगा, ठीक है। तो देख लेना बच्चे किहदे विच, तमिलनाडु ते श्रीलंका दे विच देखते हैं जी। तो जी ये साडा तमिलनाडु आ गया जी सारा, ठीक है। तमिलनाडु वाला रीजन है, ये साडा श्रीलंका आ गया। ये जिहड़ा रीजन है पानी का चैनल हैगा उन्होंने पाक स्टेट कह देने। ये ध्यान देना बच्चे पानी का चैनल है ना कि लैंड का। तुसीं कई लोग कन्फ्यूज़ करते हैं स्टेट नूं, उन्होंने लगता कि लैंड पार्ट है, नहीं पानी वाला पार्ट है, पानी का चैनल। देखो ये वाला पॉइंट है तो ये वाला पॉइंट है, ये जिहड़ा पानी का चैनल है उन्होंने आप स्ट्रेट कह देना, तो इत्थे आप पाक स्ट्रेट कह रहे हैं, ठीक है। तो जिहड़ा राजी ये वाला चैनल है इंडिया का पॉइंट है, ये वाला जिथे मैं हाईलाइट कर रहा, ये है पॉइंट कैलीमर, इनू नाम देना आप पॉइंट कैलीमर, ठीक है। ये एक्चुअल दे एक रामसर साइट है, तो करके इंपॉर्टेंट है। तमिलनाडु दे विच हैगी है पॉइंट कैलीमर, रामसर साइट हैगी, ठीक है। इंपॉर्टेंट है बहुत बहुत। जे मैं गल करा बच्चे पाक स्टेट की है नॉर्थ दे विच है। जे इहदे साउथ दे विच गल करिए तो इत्थे हैगा अपने कोले गल्फ ऑफ मन्नार, क्योंकि देखो इत्थे भी की कहा गया सी मन्नार डिस्ट्रिक्ट, श्रीलंका का मन्नार डिस्ट्रिक्ट है उहदे विच, ठीक है। तो उस तो नाम प्यारा जी गल्फ ऑफ मन्नार, ठीक है। गल्फ की हुंदा एक ये भी की हुंदा राजे जो आसे पासे जिहड़ा कि लैंड होवे ते विचाले अपना पानी होवे, ठीक है। जिवें गल्फ ऑफ कच्छ है, ठीक है, गल्फ ऑफ खंबात है, उवें गल्फ ऑफ मन्नार हो गया, ठीक है। तो यदा एक इंपॉर्टेंट की चीज़ है राजे ये एक बायोस्फीयर रिजर्व है, बायोस्फीयर रिजर्व। गल्फ ऑफ मन्नार एक बायोस्फीयर रिजर्व है। बायोस्फीयर रिजर्व की होंगे राजे एक प्रोटैक्टेड एरिया होंगे, जिमें साडे टाइगर रिजर्व होंगे ने, ठीक है, वाइल्ड लाइफ सेंचुरीज होंगे नेगियां, नैशनल पार्क होंगे ने। उस तरह एक बायोस्फीयर रिजर्व भी होंगे जो वो साडा गल्फ ऑफ मन्नार है, ठीक है। ओबवियसली लैंड दे भी हो सकता है, पानी दे विच भी हो सकता है। और गल्फ ऑफ मन्नार की है मरीन बायोस्फीयर रिजर्व है, पानी दे विच है, मरीन बायोस्फीयर रिजर्व है, ठीक है। साडी एक संस्था बच्चे यूनैस्को, तुहानूं पता ही है यूनाइटेड नेशन की संस्था यूनैस्को। तो इस संस्था का प्रोग्राम है एक मैन एंड बायोस्फीयर रिजर्व, मैब प्रोग्राम है एक मैन एंड बायोस्फीयर रिजर्व, ठीक है। तो वो अंडर ही असी बायोस्फीयर रिजर्व जिहड़े की है इंडिया के या होर देशों के डेजिग्नेट करते हैं, किसी इंपॉर्टेंट साइट में आप बायोस्फीयर रिजर्व कह देने होंगे, ठीक है। तो यूनैस्को का एक की है एक प्रोग्राम है बायोस्फीयर रिजर्व का, ठीक है जी। तो अगे मूव ऑन करते हैं। नैक्सट क्वेश्चन, द परसेंटेज ऑफ अर्थ सरफेस कवर्ड बाय इंडिया। अपनी अर्थ सरफेस की आप गल करिए पूरी अर्थ सरफेस के विचों इंडिया का जो लैंड पोर्शन है कितना पार्ट कवर करते आप पूरी दुनिया के अर्थ के। तो बिल्कुल ईजी तो नहीं मैं कहूँगा, बट अगर पढ़िया हुआ तो बिल्कुल ईजी है, कोई दिक्कत नहीं हैगी, ठीक है। द परसेंटेज पूरी अगर दुनिया 100% हैगी है तो उस साढ़े इंडिया का कितना पार्ट है वो आप पूछ रहे हैं। तो वो राजी इंडिया का कितना पोर्शन है, तो अपना 2.4% है। आंसर आएगा जी 2.4%। भी टोटल अर्थ के लैंड सरफेस के उपर साडा इंडिया का कितना पोर्शन है 2.4% है, ठीक है जी। इंपॉर्टेंट है ये। चलो, ट्रिब्यूटरी ऑफ रिवर इंडस विच डज नॉट फ्लो थ्रू हिमाचल प्रदेश। इंडस नदी हैगी राजी अपनी, वो कई ट्रिब्यूटरीज नेगियां, 5 का अपन पता ही नहीं राजी, अपना रावी सतलुज ब्यास रावी चनाब झेलम है ना, ये तो आप पढ़ते ही हाँ। इस दे नाल होर भी बहुत ट्रिब्यूटरीज ने जिहड़े कि जम्मू कश्मीर दे विच ने बेसिकली, ठीक है। गिलगिट, हुंजा, ठीक है, होर बड़ियां अशोक रिवर्स नेगियां, बड़ियां करगिल रिवर नेगियां, तो बड़ियां रिवर्स ने जिहड़ियां कि
ਇੰਡਸ ਟ੍ਰਿਬਿਊਟਰੀਜ਼ ਨੇਗੀਆਂ, ਠੀਕ ਹੈ, ਉਹਨਾਂ ਬਾਰੇ ਪੁੱਛ ਰਿਹਾ। ਤਾਂ ਰਾਜੇ ਅਗਰ ਆਪਾਂ ਦੇਖੀਏ ਕੀ ਪੁੱਛ ਰਿਹਾ ਕੁਐਸਚਨ ਕਿ ਇਹਨਾਂ ਵਿੱਚੋਂ ਕਿਹੜੀ ਜਿਹੜੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਫਲੋ ਨਹੀਂ ਕਰਦੀ ਹੈਗੀ ਬੇਸਿਕਲੀ। ਤਾਂ ਸਤਲੁਜ, ਬਿਆਸ, ਰਾਵੀ, ਇਹ ਤਾਂ ਤਿੰਨੋਂ ਰਾਜੇ ਡੈਫੀਨੇਟਲੀ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਹੀ ਕਰਦੀਆਂ ਨੇ ਓਰੀਜੀਨੇਟ। ਸਤਲੁਜ ਜਿਹੜੀ ਹੈ ਤਿੱਬਤ ਤੋਂ ਆ ਕੇ ਰਾਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਐਂਟਰ ਹੁੰਦੀ ਹੈ। ਬਿਆਸ ਤੇ ਰਾਵੀ ਹਿਮਾਚਲ ਦੇ ਵਿੱਚ ਹੀ ਓਰੀਜੀਨੇਟ ਹੁੰਦੀਆਂ ਨੇ। ਈਵਨ ਜਿਹੜੀ ਚਨਾਬ ਹੈ ਰਾਜੇ ਉਹ ਵੀ ਹਿਮਾਚਲ ਦੇ ਵਿੱਚ ਹੀ ਹੁੰਦੀ ਹੈ ਆਪਣੀ, ਠੀਕ ਹੈ। ਜਿਹੜੀ ਉਦੋਂ ਬਾਅਦ ਝੇਲਮ ਆ ਜਾਂਦੀ ਹੈ, ਝੇਲਮ ਹਿਮਾਚਲ ਦੇ ਵਿੱਚ ਨਹੀਂ, ਇਹ ਜੰਮੂ ਕਸ਼ਮੀਰ ਦੇ ਵਿੱਚ ਓਬਵੀਅਸਲੀ, ਠੀਕ ਹੈ। ਤਾਂ ਸਤਲੁਜ, ਬਿਆਸ, ਰਾਵੀ, ਚਨਾਬ ਇਹ ਚਾਰੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਫਲੋ ਕਰਦੀਆਂ, ਡੈਫੀਨੇਟਲੀ ਕਰਦੀਆਂ ਨੇਗੀਆਂ। ਤਾਂ ਆਪਣਾ ਆਨਸਰ ਇਹਦੇ ਵਿੱਚ ਆਏਗਾ ਰਾਜੇ ਹੁੰਜ਼ਾ ਨਦੀ। ਹੁੰਜ਼ਾ ਨਦੀ ਜਿਹੜੀ ਕੀ ਹੈ ਹਿਮਾਚਲ ਦੇ ਵਿੱਚੋਂ ਫਲੋ ਨਹੀਂ ਕਰਦੀ ਹੈਗੀ। ਆਪਾਂ ਦੇਖ ਲੈਣਾ ਬੱਚੇ। ਤਾਂ ਹੁਣ ਇਸ ਆਪਣਾ ਇੰਡੀਆ ਦਾ ਮੈਪ ਆ ਗਿਆ, ਇਹ ਇੰਡਸ ਆ ਗਈ ਰਾਜੇ ਆਪਣੀ, ਠੀਕ ਹੈ, ਜਿਹੜੀ ਕਿ ਮਾਨਸਰੋਵਰ ਲੇਕ ਤੋਂ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਅਸ਼ੋਕ ਨਦੀ ਹੈਗੀ ਹੈ ਰਾਜੇ, ਇਹ ਵੀ ਟ੍ਰਿਬਿਊਟਰੀ ਹੈਗੀ ਹੈ। ਗਿਲਗਿਟ ਨਦੀ ਹੈ, ਇੱਕ ਉੱਪਰੋਂ ਆਉਂਦੀ ਹੈ ਹੁੰਜ਼ਾ ਨਦੀ, ਇਹ ਉੱਪਰੋਂ ਆ ਰਹੀ ਹੈ ਰਾਜੇ ਹੁੰਜ਼ਾ ਨਦੀ, ਠੀਕ ਹੈ। ਤਾਂ ਡੈਫੀਨੇਟਲੀ ਜਿਹੜੀ ਹੁੰਜ਼ਾ ਨਦੀ ਹੈ ਉਹ ਹਿਮਾਚਲ ਦੇ ਵਿੱਚ ਨਹੀਂ ਹੈਗੀ। ਹਿਮਾਚਲ ਦੇ ਵਿੱਚ, ਹਿਮਾਚਲ ਇੱਥੇ ਜਾ ਗਿਆ ਆਪਣਾ ਕਿਤੇ, ਠੀਕ ਹੈ। ਬਿਆਸ, ਸਤਲੁਜ, ਚਨਾਬ ਇਹ ਸਾਰੀ ਹਿਮਾਚਲ ਪ੍ਰਦੇਸ਼ ਦੇ ਵਿੱਚ ਫਲੋ ਡੈਫੀਨੇਟਲੀ ਕਰਦੀਆਂ ਨੇਗੀਆਂ, ਠੀਕ ਹੈ। ਹੁੰਜ਼ਾ ਨਦੀ ਨਹੀਂ ਕਰਦੀ ਬਿਕਾਜ਼ ਇਹ ਤਾਂ ਬਹੁਤ ਉੱਪਰ ਹੈ, ਜੰਮੂ ਕਸ਼ਮੀਰ ਦੇ ਵਿੱਚ ਆ ਜਾਂਦੀ ਹੈ, ਠੀਕ ਹੈ ਜੀ। ਚਲੋ, ਤਾਂ ਆਪਣਾ ਆਨਸਰ ਬਿਲਕੁਲ ਡੀ ਆਣਾ ਸੀ ਜੀ। ਹੁੰਜ਼ਾ ਨਦੀ ਜਿਹੜੀ ਕੀ ਹੈ ਉਹ ਹਿਮਾਚਲ ਦੇ ਵਿੱਚ ਫਲੋ ਨਹੀਂ ਕਰਦੀ ਹੈਗੀ। ਨੈਕਸਟ ਕੁਐਸਚਨ, ਔਨ ਵਿਚ ਰਿਵਰ ਹੀਰਾਕੁੰਡ ਡੈਮ ਇਜ਼ ਲੋਕੇਟਡ। ਰਾਜੇ ਕਈ ਆਪਣੇ ਜਿਹੜੇ ਡੈਮਸ ਨੇ ਇੰਪੋਰਟੈਂਟ ਉਹ ਵੀ ਤੁਸੀਂ ਕਰ ਲੈਣਾ। ਇਹ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਕਿਹੜੀ ਨਦੀ ਦੇ ਉੱਪਰ ਕਿਹੜਾ ਡੈਮ ਹੈ, ਕਿਹੜੀ ਸਟੇਟ ਦੇ ਵਿੱਚ ਹੈ, ਠੀਕ ਹੈ, ਕਾਫੀ ਇੰਪੋਰਟੈਂਟ ਹੈ। ਤਾਂ ਇੱਥੇ ਪੁੱਛ ਰਿਹਾ ਹੀਰਾਕੁੰਡ ਡੈਮ ਕਿਹੜੀ ਨਦੀ ਦੇ ਉੱਪਰ ਲੋਕੇਟਡ ਹੈ। ਤਾਂ ਇਹਦਾ ਆਨਸਰ ਈਜ਼ੀ ਆਨਸਰ ਹੈ ਰਾਜੇ ਮਹਾਨਦੀ ਨਦੀ ਦੇ ਉੱਪਰ, ਮਹਾਨਦੀ ਰਿਵਰ ਦੇ ਉੱਪਰ ਹੀਰਾਕੁੰਡ ਡੈਮ ਲੋਕੇਟ ਕੀਤਾ ਗਿਆ। ਕਿੱਥੇ ਰਾਜੇ? ਉੜੀਸਾ ਦੇ ਵਿੱਚ ਹੈ ਇਹ, ਠੀਕ ਹੈ, ਦੇਖ ਲੈਣੇ ਆਪਾਂ। ਬਿਲਕੁਲ ਉੜੀਸਾ ਦੇ ਵਿੱਚ ਆਪਣਾ ਡੈਮ ਹੈ ਰਾਜੇ ਇਹ ਹੀਰਾਕੁੰਡ ਡੈਮ ਹੈ ਜਿਹੜਾ, ਠੀਕ ਹੈ, ਔਰ ਮਹਾਨਦੀ ਦੇ ਉੱਪਰ ਹੈਗਾ, ਰਿਵਰ ਦੇ ਉੱਪਰ। ਤਾਂ ਸਾਰੇ ਹੀ ਜਿਹੜੇ ਡੈਮਸ ਵਗੈਰਾ ਨੇ ਤੁਸੀਂ ਕਰ ਲੈਣਾ ਰਾਜੇ, ਇੰਪੋਰਟੈਂਟ ਨੇ ਸਾਰੇ ਇਹ, ਠੀਕ ਹੈ। ਚਲੋ ਹੁਣ ਰਾਜੇ ਸੋਸ਼ਲ ਸਟੱਡੀਜ਼ ਦੇ ਵਿੱਚੋਂ ਹੀ ਕੁਐਸਚਨ ਹੈ ਬੇਸਿਕਲੀ। ਜੇ ਅਗਰ ਆਪਾਂ ਹੋਰ ਪੰਜਾਬ ਐਗਜ਼ਾਮ ਦੀ ਗੱਲ ਕਰੀਏ ਤਾਂ ਮੈਂ ਕਹਾਂਗਾ ਪੋਲਿਟੀ ਦੇ ਵਿੱਚੋਂ, ਠੀਕ ਹੈ। ਤਾਂ ਸੋਸ਼ਲ ਸਟੱਡੀਜ਼ ਦਾ ਵੀ ਪੋਰਸ਼ਨ ਹੈ ਔਰ ਪੋਲਿਟੀ ਦਾ ਵੀ ਪੋਰਸ਼ਨ ਆ ਗਿਆ ਇਹਦੇ ਵਿੱਚ। The President of India is elected by electoral college consisting of ਰਾਜੇ ਆਪਣਾ ਜਿਹੜਾ ਰਾਸ਼ਟਰਪਤੀ ਨੇ ਉਹਨਾਂ ਨੂੰ ਇੱਕ ਸਪੈਸੀਫਿਕ ਗਰੁੱਪ ਆਫ ਪੀਪਲ ਇਲੈਕਟ ਕਰਦੇ ਨੇ, ਉਹਦਾ ਨਾਮ ਹੈ ਰਾਜੇ ਇਲੈਕਟੋਰਲ ਕਾਲਜ। ਆਰਟੀਕਲ 54 ਦੇ ਅੰਡਰ ਇਹ ਚੀਜ਼ ਆਉਂਦੀ ਹੈਗੀ, ਠੀਕ ਹੈ, ਇਹ ਵੀ ਇੰਪੋਰਟੈਂਟ ਹੈ। ਆਰਟੀਕਲ 54 ਉਹਦੇ ਅੰਡਰ ਆਉਂਦਾ ਇਲੈਕਟੋਰਲ ਕਾਲਜ। ਹੁਣ ਰਾਜੇ ਜ਼ਿਆਦਾ ਡਿਟੇਲ ਦੇ ਵਿੱਚ ਅਸੀਂ ਦੇਖੋ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਹਾਂ ਨਾ ਵੀ ਇਲੈਕਟੋਰਲ ਕਾਲਜ ਕੀ ਹੁੰਦਾ ਹੈਗਾ ਸਭ ਕੁਛ। ਤਾਂ ਇੱਥੇ ਬਰੀਫ ਹੀ ਆਪਾਂ ਦੇਖ ਲੈਂਦੇ ਹਾਂ ਵੀ ਉਹ ਗਰੁੱਪ ਆਫ ਪੀਪਲ ਜਿਹੜੇ ਕਿ ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਨੇ ਬੇਸਿਕਲੀ, ਠੀਕ ਹੈ, ਇਹ ਚੀਜ਼ ਹੈਗੀ। ਤਾਂ ਪੁੱਛ ਰਿਹਾ ਵੀ ਕਿਹੜੇ ਕਿਹੜੇ ਮੈਂਬਰਸ ਨੇ ਜਿਹੜੇ ਇਸ ਇਲੈਕਟੋਰਲ ਕਾਲਜ ਦਾ ਪਾਰਟ ਨੇਗੇ, ਠੀਕ ਹੈ ਜੀ। ਆਲ ਮੈਂਬਰ ਆਫ ਪਾਰਲੀਮੈਂਟ ਬਿਲਕੁਲ ਗਲਤ ਹੈ ਜੀ, ਆਲ ਨਹੀਂ ਹੈਗੇ, ਸਿਰਫ ਇਲੈਕਟਡ ਹੋਣਗੇ। ਇਲੈਕਟਡ ਮੈਂਬਰ ਆਫ ਪਾਰਲੀਮੈਂਟ ਐਂਡ ਸਟੇਟ, ਇਹ ਠੀਕ ਲੱਗਦਾ ਜੀ ਕਿਤੇ ਨਾ ਕਿਤੇ, ਹੋਰ ਦੇਖ ਲੈਂਦੇ ਆਪਾਂ। ਮੈਂਬਰਸ ਆਫ ਪਾਰਲੀਮੈਂਟ ਠੀਕ ਹੈ, ਸਟੇਟ ਅਸੈਂਬਲੀ ਠੀਕ ਹੈ, ਲੈਜਿਸਲੇਟਿਵ ਕਾਊਂਸਲ ਬਿਲਕੁਲ ਗਲਤ ਹੈ ਜੀ। ਲੈਜਿਸਲੇਟਿਵ ਕਾਊਂਸਲ ਦੇ ਮੈਂਬਰ ਜਿਹੜੇ ਕੀ ਹੈ ਪਾਰਟ ਨਹੀਂ ਹੈਗੇ ਇਲੈਕਟੋਰਲ ਕਾਲਜ ਦਾ। ਆਲ ਮੈਂਬਰ ਆਫ ਪਾਰਲੀਮੈਂਟ ਅਗੇਨ ਗਲਤ ਹੈ ਜੀ, ਆਲ ਨਹੀਂ ਆਏਗਾ, ਠੀਕ ਹੈ। ਤਾਂ ਆਪਣਾ ਆਨਸਰ ਬੀ ਆਏਗਾ ਰਾਜੇ, ਸਿਰਫ ਇਲੈਕਟਡ ਮੈਂਬਰਸ ਆਫ ਪਾਰਲੀਮੈਂਟ ਐਂਡ ਇਲੈਕਟਡ ਮੈਂਬਰਸ ਆਫ ਸਟੇਟ ਲੈਜਿਸਲੇਟਿਵ ਅਸੈਂਬਲੀਜ਼, ਬੀ ਆਨਸਰ ਆਏਗਾ ਜੀ, ਬਿਲਕੁਲ ਠੀਕ ਹੈ। ਆਰਟੀਕਲ 54 ਦੇ ਅੰਡਰ ਇਲੈਕਟੋਰਲ ਕਾਲਜ ਹੈ, ਉਸ ਇਲੈਕਟੋਰਲ ਕਾਲਜ ਦਾ ਪਾਰਟ ਇਹ ਸਾਰੇ ਮੈਂਬਰਸ ਨੇਗੇ, ਠੀਕ ਹੈ ਜੀ, ਇੰਪੋਰਟੈਂਟ ਹੈ ਵੀ। ਚਲੋ, ਅ ਬਿਲ ਕੈਨ ਨਾਟ ਬਿਕਮ ਐਨ ਐਕਟ ਆਫ ਪਾਰਲੀਮੈਂਟ ਅਨਲੈਸ ਐਂਡ ਅੰਟਿਲ। ਰਾਜੇ ਆਪਾਂ ਨੂੰ ਇੱਕ ਬਿਲ ਮੇਕਿੰਗ ਦਾ ਪ੍ਰੋਸੈਸ ਪਤਾ ਹੈਗਾ, ਠੀਕ ਹੈ। ਅਗਰ ਕੋਈ ਵੀ ਬਿਲ ਪਾਸ ਕਰਨਾ ਹੈ ਤਾਂ ਪਹਿਲਾਂ ਇੱਕ ਹਾਊਸ ਦੇ ਵਿੱਚ ਪਾਸ ਹੋਊਗਾ, ਚਾਹੇ ਲੋਕ ਸਭਾ ਦੇ ਵਿੱਚ ਚਾਹੇ ਰਾਜ ਸਭਾ ਦੇ ਵਿੱਚ। ਫਿਰ ਉਹ ਬਿੱਲ ਹੈ ਜਿਹੜਾ ਦੂਸਰੇ ਹਾਊਸ ਦੇ ਵਿੱਚ ਜਾਊਗਾ ਰਾਜੇ, ਠੀਕ ਹੈ, ਯਾਨੀ ਕਿ ਰਾਜ ਸਭਾ ਜਾਂ ਲੋਕ ਸਭਾ। ਜੇ ਪਹਿਲਾਂ ਲੋਕ ਸਭਾ ਦੇ ਵਿੱਚ ਗਿਆ ਸੀ ਫਿਰ ਰਾਜ ਸਭਾ ਦੇ ਵਿੱਚ ਜਾਊਗਾ, ਜੇ ਪਹਿਲਾਂ ਰਾਜ ਸਭਾ ਦੇ ਵਿੱਚ ਗਿਆ ਸੀ ਫਿਰ ਲੋਕ ਸਭਾ ਦੇ ਜਾਊਗਾ, ਓਬਵੀਅਸ ਜੀ ਗੱਲ ਹੈ। ਇਹਨਾਂ ਦੋਨੇ ਹਾਊਸਿਸ ਤੋਂ ਬਾਅਦ ਰਾਜੇ ਫਿਰ ਕਿੱਥੇ ਜਾਏਗਾ? ਫਿਰ ਉਹ ਜਾਏਗਾ ਰਾਸ਼ਟਰਪਤੀ ਕੋਲੇ, ਪ੍ਰੈਜ਼ੀਡੈਂਟ ਕੋਲੇ, ਠੀਕ ਹੈ। ਤਾਂ ਹਾਲੇ ਤੱਕ ਜਦੋਂ ਇੰਟਰੋਡਿਊਸ ਹੋਇਆ ਸੀ ਇਹ ਵੀ ਬਿੱਲ ਸੀਗਾ, ਹਾਲੇ ਵੀ ਬਿੱਲ ਹੈਗਾ, ਹਾਲੇ ਵੀ ਬਿੱਲ ਹੈਗਾ, ਠੀਕ ਹੈ। ਤਾਂ ਜਦੋਂ ਰਾਸ਼ਟਰਪਤੀ ਦਾ ਸਾਈਨ ਹੋ ਗਿਆ ਰਾਜੇ ਫਿਰ ਉਹ ਬਣੂਗਾ ਐਕਟ, ਠੀਕ ਹੈ। ਤਾਂ ਮਤਲਬ ਕੋਈ ਵੀ ਜਿਹੜਾ ਬਿੱਲ ਹੈ ਉਹ ਲਾਅ ਨਹੀਂ ਬਣ ਸਕਦਾ। ਅ ਬਿੱਲ ਕੈਨ ਨਾਟ ਬਿਕਮ ਐਨ ਐਕਟ ਆਫ ਪਾਰਲੀਮੈਂਟ ਅਨਲੈਸ ਕਿ ਰਾਸ਼ਟਰਪਤੀ ਦੇ ਸਾਈਨ ਉਹਨੂੰ ਨਹੀਂ ਮਿਲਦੇ, ਠੀਕ ਹੈ। ਤਾਂ ਇਹਦਾ ਆਨਸਰ ਹੈਗਾ ਜੀ ਸੀ, ਇਟ ਗੈਟਸ ਅਸੈਂਟ ਫਰੋਮ ਪ੍ਰੈਜ਼ੀਡੈਂਟ, ਠੀਕ ਹੈ ਜੀ। ਤਾਂ ਕੋਈ ਵੀ ਬਿੱਲ ਜਿਹੜਾ ਉਹ ਐਕਟ ਆਫ ਪਾਰਲੀਮੈਂਟ ਨਹੀਂ ਬਣਦਾ ਜਦੋਂ ਤੱਕ ਉਹਨੂੰ ਰਾਸ਼ਟਰਪਤੀ ਦੇ ਸਾਈਨ ਨਹੀਂ ਮਿਲਦੇ ਹੈਗੇ, ਅਸੈਂਟ ਨਹੀਂ ਮਿਲਦਾ, ਹਾਮੀ ਨਹੀਂ ਮਿਲਦੀ, ਰਜ਼ਾਮੰਦੀ ਨਹੀਂ ਮਿਲਦੀ, ਠੀਕ ਹੈ ਜੀ। ਤਾਂ ਆਨਸਰ ਆਪਣਾ ਸੀ ਆਏਗਾ ਬਿਲਕੁਲ, ਠੀਕ ਹੈ ਜੀ। ਚਲੋ, in the event of vacancies of both president and vice president who will discharge the function of president। ਰਾਜੇ ਆਪਾਂ ਨੂੰ ਨਾਰਮਲ ਕੇਸ ਦੇ ਵਿੱਚ ਪਤਾ ਹੈਗਾ ਕਿ ਅਗਰ ਰਾਸ਼ਟਰਪਤੀ ਨਹੀਂ ਹੁੰਦੇ ਤਾਂ ਉਹਨਾਂ ਦਾ ਕੰਮ ਕੌਣ ਕਰਦਾ ਹੈ? ਉਪ ਰਾਸ਼ਟਰਪਤੀ ਕਰਦਾ, ਓਬਵੀਅਸ ਜੀ ਗੱਲ ਹੈ ਵੀ ਜਿਵੇਂ ਕੈਪਟਨ ਨਹੀਂ ਹੈਗਾ ਤਾਂ ਉਹਦਾ ਕੰਮ ਵਾਈਸ ਕੈਪਟਨ ਕਰਦਾ ਹੈਗਾ। ਤਾਂ ਜੇ ਵਾਈਸ ਪ੍ਰੈਜ਼ੀਡੈਂਟ ਨਹੀਂ ਹੈਗਾ ਤਾਂ ਵਾਈਸ ਪ੍ਰੈਜ਼ੀਡੈਂਟ ਕੰਮ ਕਰਦਾ, ਠੀਕ ਹੈ, ਸਮਝ ਆਉਂਦੀ ਹੈ।
ਹੁਣ ਮੰਨ ਲਓ ਬੱਚੇ ਕਈ ਵਾਰੀ ਕੀ ਹੋ ਸਕਦਾ ਕਿ ਵਾਈਸ ਪ੍ਰੈਜ਼ੀਡੈਂਟ ਵੀ ਨਾ ਹੋਵੇ, ਮੰਨ ਲਓ ਪ੍ਰੈਜ਼ੀਡੈਂਟ ਵੀ ਨਹੀਂ ਹੈਗਾ ਔਰ ਉਸੇ ਸੇਮ ਟਾਈਮ ਤੇ ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਹੈਗਾ, ਠੀਕ ਹੈ। ਹੁਣ ਇਸ ਸਿਚੁਏਸ਼ਨ ਦੇ ਵਿੱਚ ਰਾਸ਼ਟਰਪਤੀ ਦਾ ਕੰਮ ਹੋਰ ਕੌਣ ਕਰੇਗਾ ਰਾਜੇ, ਇਹ ਕੁਐਸਚਨ ਪੁੱਛ ਰਿਹਾ ਹੈਗਾ, ਠੀਕ ਹੈ। ਇਹਦਾ ਕੰਮ ਹੋਰ ਕੌਣ ਕਰੇਗਾ, ਤਾਂ ਆਪਣਾ ਆਨਸਰ ਆਏਗਾ ਜੀ ਸੀ, ਚੀਫ ਜਸਟਿਸ ਆਫ ਇੰਡੀਆ। ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਇਹ, ਠੀਕ ਹੈ। 1969 ਦੇ ਵਿੱਚ ਸਾਡੇ ਕੋਲ ਇਹ ਸਿਚੁਏਸ਼ਨ ਅਰਾਈਜ਼ ਹੋ ਗਈ ਸੀ ਕਿ ਨਾ ਹੀ ਪ੍ਰੈਜ਼ੀਡੈਂਟ ਸੀ, ਨਾ ਹੀ ਵਾਈਸ ਪ੍ਰੈਜ਼ੀਡੈਂਟ ਸੀਗਾ। ਫਿਰ ਅਸੀਂ ਆਪਣੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਤਹਿਤ ਕਿ ਹਾਂਜੀ ਅਸੀਂ ਚੀਫ ਜਸਟਿਸ ਆਫ ਇੰਡੀਆ ਨੂੰ ਇਹ ਅਸੀਂ ਪਾਵਰ ਦੇ ਸਕਦੇ ਹਾਂ ਕਿ ਅਗਰ ਇਹ ਸਿਚੁਏਸ਼ਨ ਆਉਂਦੀ ਹੈ ਕਿ ਦੋਨੋਂ ਹੀ ਨਹੀਂ ਹੈਗੇ, ਰਾਸ਼ਟਰਪਤੀ ਵੀ ਉਪ ਰਾਸ਼ਟਰਪਤੀ ਵੀ, ਉਸ ਕੇਸ ਦੇ ਵਿੱਚ ਅਸੀਂ ਚੀਫ ਜਸਟਿਸ ਆਫ ਇੰਡੀਆ ਨੂੰ ਕੀ ਹੈ ਰਾਸ਼ਟਰਪਤੀ ਦੇ ਕੁਰਸੀ ਦੇ ਉੱਪਰ ਬਿਠਾ ਸਕਦੇ ਹਾਂ ਬੇਸਿਕਲੀ, ਠੀਕ ਹੈ। ਤਾਂ 1969 ਦੇ ਵਿੱਚ ਅਸੀਂ ਨਵਾਂ ਕਾਨੂੰਨ ਬਣਾਇਆ ਸੀ, ਉਹਦੇ ਅੰਡਰ ਇਹ ਚੀਜ਼ ਹੁੰਦੀ ਹੈ। ਤਾਂ ਆਪਣਾ ਆਨਸਰ ਬਿਲਕੁਲ CJI ਆਊਗਾ, ਚੀਫ ਜਸਟਿਸ ਆਫ ਇੰਡੀਆ, ਠੀਕ ਹੈ, ਓਬਵੀਅਸਲੀ। ਠੀਕ ਹੈ ਰਾਜੇ, ਇਹ ਆਪਣਾ ਪੋਰਸ਼ਨ ਸੀ ਅੱਜ ਸਾਰਾ ਸੈਕਿੰਡ MCQ ਵਾਲਾ, ਜਿਹਦੇ ਵਿੱਚ ਕਿ ਅਸੀਂ PTET ਨੂੰ ਟਾਰਗੇਟ ਕਰ ਰਹੇ ਹਾਂ। ਤਾਂ ਇਹ MCQ ਸੀਰੀਜ਼ ਦਾ ਪਾਰਟ 2 ਸੀਗਾ। ਇਹਦੇ ਨਾਲ ਹੀ ਇਸੇ ਤਰ੍ਹਾਂ ਆਪਾਂ ਕੁਝ ਹੋਰ ਵੀ ਜਿਹੜੇ ਸੈਸ਼ਨਸ ਲੈ ਕੇ ਆਵਾਂਗੇ ਜਿਹੜੇ PTET ਦੇ MCQ ਸੀਰੀਜ਼ ਹੋਣਗੇ ਔਰ ਉਹ ਪ੍ਰੀਵੀਅਸ ਈਅਰ ਕੁਐਸਚਨਸ ਹੋਣਗੇ PTET ਦੇ, ਠੀਕ ਹੈ ਜੀ। ਤਾਂ ਧਿਆਨ ਨਾਲ ਰੱਖਣਾ ਰਾਜੇ, ਅੱਛੀ ਤਰ੍ਹਾਂ ਪੜ੍ਹਨਾ ਹੈਗਾ ਅਤੇ ਨੈਕਸਟ ਜਿਹੜੇ ਵੀਡੀਓਜ਼ ਨੇ ਉਹ ਵੀ ਜ਼ਰੂਰ ਦੇਖਣੀਆਂ ਨੇਗੀਆਂ। ਵੀਡੀਓ ਪਸੰਦ ਆਏ ਰਾਜੇ ਸ਼ੇਅਰ ਜ਼ਰੂਰ ਕਰਦਿਆ ਕਰੋ, ਕੋਈ ਪ੍ਰੋਬਲਮ ਨਹੀਂ ਹੈਗੀ, ਲਾਈਕ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ, ਬਟ ਸ਼ੇਅਰ ਜ਼ਰੂਰ ਕਰਦਿਆ ਕਰੋ, ਠੀਕ ਹੈ, ਆਪਣੇ ਫਰੈਂਡ ਸਰਕਲ ਦੇ ਵਿੱਚ। ਤਾਂ ਚਲੋ ਬੱਚੇ, ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ, ਟੇਕ ਕੇਅਰ।